ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ। ਪਿਆਰ ਨਾਲ ਤੁਸੀਂ ਮੰਗਾ ਵੀ ਕਹਿੰਦੇ ਹੋ ਪ੍ਰੋਗਰਾਮ ਪਰਿਵਾਰਿਕ ਸਾਂਝ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਜੀ। ਪਰਿਵਾਰਿਕ ਸਾਂਝ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼ ਜਿਸ ਨੂੰ ਤੁਸੀਂ ਆਪਣੇ ਟੀਵੀ ਦੇ ਉੱਪਰ ਮਾਣ ਸਕਦੇ ਹੋ। ਵਿਜ਼ਨ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜਨਾ ਹੈ ਤੇ ਫੇਸਬੁੱਕ ਪੇਜ ਨੂੰ ਲਾਈਕ ਕਰਕੇ ਵੀ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜਿਆ ਜਾ ਸਕਦਾ ਹੈ। ਸੋ ਇਹ ਪ੍ਰੋਗਰਾਮ ਜਿਹੜਾ ਹੈ ਜੀ ਲਾਈਵ ਹੋ ਚੁੱਕਾ ਆ। ਸੋ ਤੁਸੀਂ ਜੁੜ ਜਾਓ ਸਾਡੇ ਪ੍ਰੋਗਰਾਮ ਦੇ ਨਾਲ। ਹਰ ਸੋਰਸਸ ਦੇ ਉੱਪਰ ਨਰਿੰਦਰ ਜਸਵਾਲ, ਟੋਨੀ ਜੌਲ ਸਾਰੇ ਹੀ ਫੇਸਬੁੱਕਸ ਦੇ ਉੱਪਰ ਜਿਹੜਾ ਇਹ ਪ੍ਰੋਗਰਾਮ ਅਸੀਂ ਲਾਈਵ ਜਿਹੜਾ ਹੈ ਜੀ ਉਹ ਕਰ ਦਿੱਤਾ ਹੈ। ਅਤੇ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅਸੀਂ ਨਾਲ ਦੀ ਨਾਲ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆ ਕਿ ਉਹਨਾਂ ਨੂੰ ਵੀ ਮੈਂ ਕੋ ਹੋਸਟ ਦੇ ਜ਼ਰੀਏ ਜਿਹੜਾ ਐਡ ਕਰਨ ਦੀ ਟਰਾਈ ਕਰਦਾ ਹੁੰਦਾ ਆ, ਕਿਉਂਕਿ ਸਾਡੀ ਸਾਰੀ ਟੀਮ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਪਬਲਿਸ਼ ਕਰਦੀ ਆ, ਪਰਿਵਾਰਾਂ ਤੱਕ ਪਹੁੰਚਦਾ ਕਰਦੀ ਆ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਜੋ ਸਾਡੇ ਆਲੇ ਦੁਆਲੇ ਵਾਪਰਦਾ ਹੈ, ਕੋਈ ਨਵੀਆਂ ਜੋ ਖਬਰਾਂ ਹੁੰਦੀਆਂ ਹਨ ਉਹਨਾਂ ਦੇ ਬਾਰੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਸੋ ਤੁਸੀਂ ਵੀ ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ ਅਤੇ ਆਪ ਸਭ ਦਾ ਵੀ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕਾਲ ਕਰਨ ਦੇ ਜਿਹੜੇ ਨੰਬਰ ਨੇ 905 790 90 99 905 790 90 99 9057909099 ਅਤੇ ਇੱਕ 647 ਵਾਲਾ ਨੰਬਰ ਆ ਅਤੇ ਉਹ ਵੀ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰਦਾ ਹਾਂ ਕਿ ਉਹ ਸਾਂਝਾ ਕਰ ਦਈਏ। ਸ਼ਾਇਦ ਜੌਲ ਸਾਹਿਬ ਹੋਊਗਾ ਅਤੇ ਕਿਉਂਕਿ ਜੇ ਤੁਹਾਨੂੰ 905 'ਤੇ ਨੰਬਰ ਨਹੀਂ ਮਿਲਦਾ ਤਾਂ ਤੁਸੀਂ 647 ਵਾਲੇ ਨੰਬਰ 'ਤੇ ਜਿਹੜੀ ਆ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ ਅਸੀਂ ਪਰਿਵਾਰਿਕ ਸਾਂਝਾਂ ਪਾਉਂਦੇ ਹਾਂ, ਆਮ ਗੱਲਾਂ ਬਾਤਾਂ ਕਰਦੇ ਹਾਂ। ਜਿਵੇਂ ਕਿ ਅੱਜ ਤੁਹਾਨੂੰ ਪਤਾ ਕਿ ਵੀਰਵਾਰ ਦਾ ਦਿਨ ਹੈ, ਕੱਲ੍ਹ ਸ਼ੁੱਕਰਵਾਰ ਵਾਲੇ ਦਿਨ ਜਦੋਂ ਅਸੀਂ ਆਪਣੇ ਸਾਡੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਆ ਸਪੈਸ਼ਲਿਸਟ ਹੈ ਸ਼ਗਨ ਗੋਇਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਸ ਤੋਂ ਬਾਅਦ ਕਿਉਂਕਿ ਅੱਧੇ ਘੰਟੇ ਦਾ ਪ੍ਰੋਗਰਾਮ ਉਹਨਾਂ ਦੇ ਨਾਲ ਕਰਨ ਤੋਂ ਬਾਅਦ ਅਸੀਂ ਪਿਛਲੇ ਵੀਕ ਐਕਸਪੈਰੀਮੈਂਟ ਕੀਤਾ ਸੀ ਕਿ ਇੱਕ ਬਾਤਾਂ ਦਾ ਪ੍ਰੋਗਰਾਮ ਜਿਹੜਾ ਉਹ ਲੀਕ ਕੇ ਪਰਿਵਾਰਾਂ ਤੱਕ ਜਿਹੜਾ ਪਹੁੰਚਦਾ ਕੀਤਾ ਸੀ ਅਤੇ ਪਰਿਵਾਰਾਂ ਨੇ ਬਹੁਤ ਹੀ ਜਿਹੜਾ ਉਹਦੇ ਵਿੱਚ ਭਰਵਾਂ ਹੰਗਾਰਾ ਜਿਹੜਾ ਆ ਉਹ ਦਿੱਤਾ ਸੀ। ਤਾਂ ਹੁਣ ਕੱਲ੍ਹ ਨੂੰ ਫਿਰ ਉਸੇ ਤਰਜ਼ ਦੇ ਉੱਤੇ ਅਸੀਂ ਫਿਰ ਇੱਕ ਵਾਰੀ ਟਰਾਇਲ ਬੇਸ ਦੇ ਉੱਤੇ ਤੁਹਾਡੇ ਨਾਲ ਜਿਹੜਾ ਆ ਉਹ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਹੋ ਸਕਦਾ ਕਿ ਅਗਲੇ ਹਫ਼ਤੇ ਫਿਰ ਸਾਡੇ ਜਿਹੜੇ ਆ ਇੱਕ ਹੋਰ ਸਾਡੀ ਟੀਮ ਦੇ ਮੈਂਬਰ ਸਾਡੇ ਨਾਲ ਵਾਧਾ ਕਰਨਗੇ ਅਤੇ ਅਸੀਂ ਫਿਰ ਪ੍ਰੋਗਰਾਮ ਨੂੰ ਜਿਹੜਾ ਆ ਹੋਰ ਵਧੀਆ ਤਰੀਕੇ ਦੇ ਨਾਲ ਉਹ ਲੀਕ ਕੇ ਆਪਣੇ ਪਰਿਵਾਰਾਂ ਤੱਕ ਜਿਹੜਾ ਆ ਜੀ ਉਹ ਲੈ ਕੇ ਆਵਾਂਗੇ। ਸੋ ਆਓ ਪਰਿਵਾਰਿਕ ਸਾਂਝ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਸਾਂਝ ਪਾਉਂਦੇ ਹਾਂ ਪਰਿਵਾਰਾਂ ਦੇ ਨਾਲ, ਪਰ ਉਸ ਤੋਂ ਪਹਿਲਾਂ ਹਮੇਸ਼ਾ ਜਿਹੜੀ ਆਪਾਂ ਸਾਂਝ ਪਾਉਂਦੇ ਹਾਂ ਜੌਲ ਸਾਹਿਬ ਉਹਨਾਂ ਦੇ ਨਾਲ। ਸੋ ਆਓ ਪਾਉਂਦੇ ਹਾਂ ਜੌਲ ਸਾਹਿਬ ਦੇ ਨਾਲ ਸਾਂਝ ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਜੌਲ ਸਾਹਿਬ ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ ਜੀ। ਥੈਂਕ ਯੂ ਮੰਗਲ ਭਾਜੀ, ਆਪ ਜੀ ਨੂੰ ਵੀ ਅਤੇ ਜਿੰਨੇ ਵੀ ਭੈਣ ਭਰਾ ਸਾਡੇ ਇਸ ਵੇਲੇ ਵਿਜ਼ਨ ਪੰਜਾਬ ਟੀਵੀ ਦੇ ਅੱਗੇ ਬੈਠੇ ਆ ਉਹਨਾਂ ਸਾਰਿਆਂ ਨੂੰ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਹਮੇਸ਼ਾ ਹੀ ਅਸੀਂ ਕੋਸ਼ਿਸ਼ ਇਹੀ ਕਰੀਦੀ ਆ ਕਿ ਵੱਧ ਤੋਂ ਵੱਧ ਕੈਨੇਡੀਅਨ ਗੱਲਾਂ ਬਾਤਾਂ ਜੋ ਵੀ ਸਾਡੇ ਆਲੇ ਦੁਆਲੇ ਵਿਚਰਦਾ ਉਹਦੇ 'ਤੇ ਹੀ ਗੱਲਬਾਤ ਜਿਹੜੀ ਕੀਤੀ ਜਾ ਸਕੇ। ਔਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਦਾ ਕੋਵਿਡ-19 ਦਾ ਥੋੜ੍ਹਾ ਗੱਡੀ ਜਿਹੜੀ ਲੀਹ 'ਤੇ ਆ ਰਹੀ ਆ ਉਹਦੇ ਨਾਲ ਜੋ ਕੁਛ ਪਹਿਲਾਂ ਹੋ ਰਿਹਾ ਸੀ ਟੋਰਾਂਟੋ ਦੇ ਵਿੱਚ ਰੋਬਰੀਜ਼ ਵਗੈਰਾ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਇਆ ਆ, ਐਕਸੀਡੈਂਟ ਦੇ ਵਿੱਚ ਕਾਫੀ ਜਿਹੜਾ ਵਾਧਾ ਹੋਇਆ ਆ। ਇੱਕ ਗੱਲ ਸਮਝ ਨਹੀਂ ਲੱਗੀ ਕਿ ਜਿੱਥੇ 3-4 ਮਹੀਨੇ ਲੋਕੀ ਘਰਾਂ ਦੇ ਵਿੱਚ ਡੱਕ ਕੇ ਬੈਠੇ ਰਹੇ ਆ ਉਹੀ ਦੁਬਾਰਾ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਆ। ਨਿੱਤ ਮੇਰਾ ਖਿਆਲ ਹੈ ਕਿ ਟੋਟਲ ਅਸੀਂ ਟੋਰਾਂਟੋ ਦੀ ਗੱਲਬਾਤ ਕਰੀਏ ਪੂਰੇ ਟੋਰਾਂਟੋ ਦੇ ਵਿੱਚ ਜਿੰਨੇ ਐਕਸੀਡੈਂਟ ਹੁੰਦੇ ਆ ਪਰ ਡੇ ਉਨੇ ਕੀ ਐਕਸੀਡੈਂਟ ਸਿਰਫ ਅਤੇ ਸਿਰਫ ਇਕੱਲੇ ਬਰੰਪਟਨ ਦੇ ਵਿੱਚ ਹੁੰਦੇ ਆ ਐਵਰੀ ਡੇ। ਇਹ ਸਾਡੇ ਆਂਢ ਗੁਆਂਢ ਦੀ ਵੀ ਗੱਲਬਾਤ ਆ ਔਰ ਬਾਕੀ ਜਿੰਨੇ ਭੈਣ ਭਰਾ ਬਰੰਪਟਨ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਕਿ ਬਰੰਪਟਨ ਦੀ ਜਿਹੜੀ ਡਰਾਈਵਿੰਗ ਆ ਅਸੀਂ ਆਏ ਦਿਨ ਇੱਕ ਗੱਲਬਾਤ ਮੰਗਾ ਭਾਜੀ ਕਰਦੇ ਹਾਂ ਕਿ ਸਾਡੀਆਂ ਇੰਸ਼ੋਰੈਂਸਾਂ ਬਹੁਤ ਆਪਿਆ ਅਸੀਂ ਘਰ ਦੀ ਇੰਸ਼ੋਰੈਂਸ ਦੇ ਬਹੁਤ ਜ਼ਿਆਦਾ ਪੈਸੇ ਦਿੰਦੇ ਹਾਂ। ਪਰ ਦੋਸਤੋ ਜਦੋਂ ਅਸੀਂ ਉਹਦਾ ਪਿਛੋਕੜ ਦੇਖਦੇ ਹਾਂ ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਥੋੜ੍ਹੇ ਬਹੁਤੇ ਖੁਦ ਵੀ ਹਾਂ। ਇੱਕ ਨਾ ਮੰਗਾ ਭਾਜੀ ਪਿੱਛੇ ਜਿਹਾ ਬੜਾ ਦੌਰ ਚੱਲਿਆ ਸੀ ਪੇਪਰਾਂ ਦੇ ਵਿੱਚ ਕਿ ਐਕਸੀਡੈਂਟ ਤੋਂ ਤੁਸੀਂ ਪੈਸੇ ਕਿੱਦਾਂ ਲੈਣੇ ਆ। ਐਕਸੀਡੈਂਟ ਤੋਂ ਪੈਸੇ ਲੈਂਦੇ ਅਸੀਂ ਉਹ ਕਹਿੰਦੇ ਨਾ ਟੋਏ ਦੀ ਜਗ੍ਹਾ ਅਸੀਂ ਬੜੇ ਵੱਡੇ ਖੱਡੇ ਪੱਟ ਬੈਠੇ ਹਾਂ। ਖੱਡੇ ਪੱਟਣ ਤੋਂ ਮੇਰੀ ਮੁਰਾਦ ਇਹ ਆ ਕਿ ਜਿੱਥੇ ਅਸੀਂ ਕਾਰਾਂ ਦੀ ਇੰਸ਼ੋਰੈਂਸ ਮਹੀਨੇ ਦਾ ਤਕਰੀਬਨ $300 ਪੇ ਕਰਦੇ ਹੁੰਦੇ ਸੀਗੇ। ਇਸ ਵੇਲੇ ਜਿੰਨੇ ਵੀ ਭੈਣ ਭਰਾ ਸਾਡੇ ਬਰੰਪਟਨ ਦੇ ਵਿੱਚ ਆ ਮੇਰਾ ਨਹੀਂ ਖਿਆਲ ਕਿ ਤੁਸੀਂ ਇੱਕ ਕਾਰ ਦੀ ਜਿਹੜੀ $300 ਪੇ ਕਰਦੇ ਹੋਗੇ, ਕੋਈ ਤਾਂ 700-800 ਪੇ ਕਰਨ ਡਿਆ ਆ ਜੀ। ਤੇ ਜਿਹੜੇ ਨਵੇਂ ਸਾਡੇ ਬੱਚੇ ਆ ਉਹ ਤਾਂ ਬਹੁਤ ਉਸ ਤੋਂ ਅੱਪ ਬੈਠੇ ਆ ਮੰਗਾ ਭਾਜੀ ਕਿ ਮੈਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਾਣਦਾ ਕਿ ਜਿਨ੍ਹਾਂ ਦੀ ਗੱਡੀ ਦੀ ਕਿਸ਼ਤ $600 ਆਉਂਦੀ ਆ ਤੇ ਉਹ ਇੰਸ਼ੋਰੈਂਸ ਕਿੰਨੀ ਕੁ ਪੇ ਕਰਦੇ ਹੋਣਗੇ? ਮਰ ਜਾ ਮੋਟਾ ਤੁਸੀਂ ਮੈਨੂੰ ਗੈਸ ਦੱਸਿਓ।
ਦੇਖੋ ਜੌਲ ਸਾਹਿਬ, ਕਿਉਂਕਿ ਇੱਥੇ ਮੈਂ ਅੰਦਾਜ਼ਾ ਤੁਹਾਨੂੰ ਆਪਣਾ ਹੀ ਦੱਸ ਦਿੰਦਾ ਕਿ ਮੇਰੇ ਕੋਲ ਇੰਨਾ ਪੁਰਾਣਾ ਲਾਇਸੈਂਸ ਹੋਣ ਦੇ ਬਾਵਜੂਦ, ਇੰਨਾ ਵਧੀਆ ਰੈਕਡ ਹੋਣ ਦੇ ਬਾਵਜੂਦ, ਮੈਂ ਖੁਦ ਸੇਫਟੀ ਐਂਡ ਕੰਪਲਾਇੰਸ ਦੇ ਨਾਲ ਕੰਮ ਕਰਦਾ, ਉਹਦੇ ਬਾਵਜੂਦ GTA ਦੇ ਵਿੱਚ ਜਿਹੜੀ ਬਰੈਂਪਟਨ ਦੇ ਵਿੱਚ ਮੈਨੂੰ ਹੀ ਇੰਸ਼ੋਰੈਂਸ ਦਾ ਕੋਡ ਜਿਹੜਾ $250-350 ਤੱਕ ਜਿਹੜਾ ਦਿੱਤਾ ਜਾਂਦਾ ਆ। ਸੋ ਫਿਰ ਮੈਂ ਕਈ ਵਾਰੀ ਸੋਚਦਾ ਆ ਜਿਹੜੇ ਆਮ ਪਰਿਵਾਰ ਹੋਣਗੇ ਤੇ ਉਹਨਾਂ ਨੂੰ ਤੇ ਫਿਰ 500, 600, 700 ਤੱਕ ਵੀ ਜਿਹੜਾ ਆ ਕੋਡ ਕੀਤਾ ਜਾਂਦਾ, ਕਿਉਂਕਿ ਪਿੱਛੇ ਜੇ ਇੱਕ ਸਟੂਡੈਂਟਸ ਦੇ ਨਾਲ ਮੇਰੀ ਗੱਲ ਹੋਈ ਸੀ, ਉਹ ਕਹਿੰਦੇ ਸੀ $750-800 ਸਾਨੂੰ ਇੰਸ਼ੋਰੈਂਸ ਕੋਡ ਕੀਤਾ ਗਿਆ। ਪਰ ਤੁਸੀਂ ਦੇਖੋ $750-800 ਤੇ ਬੇਸਮੈਂਟ ਦਾ ਰੈਂਟ ਜਿਹੜਾ ਹੈ ਉਹ ਹੋਇਆ ਕਰਦਾ ਸੀਗਾ ਇੱਥੇ। ਆਪਾਂ ਕਿੱਧਰ ਨੂੰ ਸਮਾਜ ਨੂੰ ਲੈ ਕੇ ਜਾ ਰਹੇ ਹਾਂ, ਕੋਈ ਬੋਲ ਹੀ ਨਹੀਂ ਰਿਹਾ। ਮੈਂ ਦੇਖਿਆ ਕਿ ਸਾਡੇ ਉੱਪਰ ਬਿਊਰੋਕ੍ਰੇਸੀ ਜਿਹੜੀ ਆ ਉਹ ਡੇ ਬਾਈ ਡੇ ਜਿਹੜੀ ਆ ਉਹ ਹੈਵੀ ਹੋ ਰਹੀ ਆ। ਪਰ ਅਸੀਂ ਉਹੀ ਜਿਵੇਂ ਪੰਜਾਬ ਦੇ ਵਿੱਚ, ਅਸੀਂ ਇੰਡੀਆ ਦੇ ਵਿੱਚ ਰਹਿੰਦੇ ਸੀ, ਧੌਣ ਸੁੱਟ ਕੇ ਬਿਊਰੋਕ੍ਰੇਸੀ ਦੀਆਂ ਜਿਹੜੀਆਂ ਮਨਮਰਜ਼ੀਆਂ ਆ ਉਹ ਆਪਣੇ ਉੱਤੇ ਲਾਗੂ ਹੋਣ ਦਿੰਦੇ ਸੀ, ਉਹ ਸਾਰੀਆਂ ਜਿਹੜੀਆਂ ਆ ਇੱਥੇ ਹੋ ਰਹੀਆਂ ਨੇ। ਹੁਣ ਤੁਸੀਂ ਇਹ ਦੇਖੋ ਕਿ ਕੋਵਿਡ ਦੇ ਵਿੱਚ ਅਸੀਂ ਮਾਰਚ ਦੇ ਗਏ ਹੋਏ ਹਾਂ, ਸੋ ਜੁਲਾਈ ਆਲਮੋਸਟ ਜਿਹੜਾ ਆ ਜੀ ਅੱਧਾ ਲੰਘ ਗਿਆ ਤੇ ਅੱਧਾ ਪਿੱਛੇ ਰਹਿ ਗਿਆ ਆ। ਸੋ 4 ਮਹੀਨੇ ਦੇ ਕਰੀਬ ਅਸੀਂ ਜਿਹੜਾ ਕੋਵਿਡ ਦੇ ਵਿੱਚ ਜਿਹੜਾ ਰਹਿ ਚੁੱਕੇ ਹਾਂ। ਪਰ ਦੇਖੋ ਕੋਈ ਕੰਮ ਨਹੀਂ, ਕੋਈ ਕਾਰ ਨਹੀਂ ਆ, ਪਰ ਇੱਕ ਪਾਸੇ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਆ ਉਹ ਕਹਿੰਦੇ ਆ ਕਿ ਉੱਪਰ ਜਾ ਰਹੀਆਂ ਆ, ਰੀਅਲ ਏਸਟੇਟ ਜਿਹੜੀ ਮਾਰਕੀਟ ਆ ਉਹ ਉੱਪਰ ਜਾ ਰਹੀ ਆ। ਸੋ ਇਹ ਇੱਕ ਬਹੁਤ ਕਹਿ ਲਓ ਵੀ ਵਿਚਾਰਨ ਦਾ ਵਿਸ਼ਾ ਆ ਕਿ ਕੰਮਕਾਰ ਨਾ ਹੋਣ ਦੇ ਬਾਵਜੂਦ ਇੱਕ ਪਾਸੇ ਤਾਂ ਜਿਹੜੇ ਸਮਾਲ ਬਿਜ਼ਨਸ ਆ ਉਹ ਬੈਂਕਰਪਸੀ ਦੀ ਕਗਾਰ ਦੇ ਉੱਪਰ ਖੜੇ ਆ। ਤੁਸੀਂ ਇਹ ਦੇਖੋ ਕਿ ਜੇ ਕਿਸੇ ਇੱਕ ਛੋਟੇ ਵੇਅਰ ਹਾਊਸ ਦਾ ਜਿਹਦਾ ਰੈਂਟ $15,000 ਤੋਂ $20,000 ਰੈਂਟ ਸੀ ਤੇ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਕਸਟਮਰ ਜਦੋਂ ਆਉਂਦੇ ਸੀ ਉਹਨਾਂ ਦੇ ਨਾਲ ਚੱਲਦਾ ਸੀਗਾ, ਤੇ 4 ਮਹੀਨੇ ਤੋਂ ਉਹਨਾਂ ਦੇ ਕੋਲ ਕਸਟਮਰ ਨਹੀਂ ਗਿਆ। ਸੋ ਉਹਨਾਂ ਨੂੰ $40,000-50,000 $60,000 ਜਿਹੜਾ ਰੈਂਟ ਆਪਣੀ ਜੇਬ ਦੇ ਵਿੱਚੋਂ ਕਰਨਾ ਪੈ ਰਿਹਾ ਪੇ, ਤੇ ਉਹ ਕਿਵੇਂ ਜਿਹੜਾ ਜੀ ਸਰਵਾਈਵ ਕਰਨਗੇ? ਉਹ ਬੈਂਕਰਪਸੀ ਵੱਲ ਨੂੰ ਜਾ ਰਹੇ ਨੇ। ਪਰ ਦੂਸਰੇ ਪਾਸੇ ਆਪਾਂ ਕਹਿੰਦੇ ਆ ਕਿ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਬਹੁਤ ਜਿਹੜਾ ਜੀ ਬੂਮ ਆ ਗਿਆ ਆ, ਬਹੁਤ ਜਿਹੜੀ ਆ ਜੀ ਇਹ ਪ੍ਰਾਈਸਾਂ ਅੱਪ ਜਾ ਰਹੀਆਂ ਆ। ਸੋ ਇਹਦੇ ਉੱਤੇ ਵੀ ਜਿਹੜੀ ਆ ਅਸੀਂ ਗੱਲਬਾਤ ਜਿਹੜੀ ਆ ਕਿਸੇ ਦਿਨ ਕਿਸੇ ਐਕਸਪਰਟ ਨੂੰ ਲਿਆ ਕੇ ਜਿਹੜੀ ਆ ਉਹ ਅਸੀਂ ਵਿਚਾਰਾਂਗੇ, ਕਰਾਂਗੇ। ਕਿਉਂਕਿ ਹੁਣ ਜੌਲ ਸਾਹਿਬ ਆਮ ਤੌਰ ਤੇ ਕਹਿੰਦੇ ਹੁੰਦੇ ਆ ਕਿ ਜਿਹੜੇ ਸਟੂਡੈਂਟਸ ਦੇ ਨਾਲ ਕਹਿੰਦੇ ਜੀ ਇਕਨੋਮੀ ਬਹੁਤ ਬੂਮ ਹੁੰਦੀ ਆ। ਹੁਣ ਤਾਂ ਸਟੂਡੈਂਟਸ ਵੀ ਜਿਹੜੇ ਆ ਉਹ ਹਾਲ ਦੀ ਘੜੀ ਦੇ ਵਿੱਚ ਮਾਰਚ ਤੋਂ ਫਲਾਈਟਾਂ ਬੰਦ ਪਈਆਂ, ਸਾਰਾ ਕੁਝ ਬੰਦ ਪਿਆ ਆ। ਜਿਹੜੀ ਟੂਰਿਜ਼ਮ ਇੰਡਸਟਰੀ ਆ ਉਹ ਵੀ ਟੋਟਲੀ ਬੰਦ ਪਈ ਆ। ਹਾਂਜੀ ਦੇਖੋ ਮੰਗਾ ਭਾਜੀ, ਇੱਕ ਸਾਨੂੰ ਬੜੀ ਵੱਡੀ ਗੱਲ ਫਹਿਮੀ ਆ, ਇੱਕ ਬਹੁਤ ਕਲੀਅਰ ਕੱਟ ਮੰਗਾ ਭਾਜੀ ਨੇ ਪਿਛਲੇ ਪ੍ਰੋਗਰਾਮ 'ਚ ਇੱਕ ਗੱਲ ਕੀਤੀ ਸੀਗੀ ਕਿ ਜਿਹੜੀ ਆ ਵਸਤਾ ਜਾਂ ਜੋ ਵੀ ਕੁਛ, ਇਹ ਬਿਲਕੁਲ ਇੱਕ ਸਾਡੇ ਗਲਤ ਫਹਿਮੀ ਆ ਕਿ ਅਗਰ ਸਟੂਡੈਂਟ ਆਉਂਦੇ ਆ ਤਾਂ ਕੈਨੇਡਾ ਜਿਹੜਾ ਅੱਗੇ ਨੂੰ ਜਾ ਰਿਹਾ। ਬਿਲਕੁਲ ਗਲਤ ਗੱਲ ਆ ਜੀ। ਕੈਨੇਡਾ ਵੈਸੇ ਹੀ ਬਹੁਤ ਵਧੀਆ ਤਰੱਕੀ ਤੇ ਆ, ਤਰੱਕੀ ਵਾਲਾ ਮੁਲਕ ਆ। ਇੱਥੇ ਆ ਕੇ ਬੜਾ ਕੁਝ ਅਸੀਂ ਸਿੱਖਿਆ, ਬੜਾ ਕੁਝ ਇੱਥੇ ਆ ਕੇ ਪਾਇਆ। ਪਰ ਜੇ ਅਸੀਂ ਵੀ ਕਿ ਸਿਰਫ ਤੇ ਸਿਰਫ ਕੈਨੇਡਾ ਦੀ ਜਿਹੜੀ ਬੂਮ ਜਾਂ ਕੁਝ ਵੀ ਚੱਲ ਰਿਹਾ ਉਹ ਸਟੂਡੈਂਟ ਸਾਈਡ ਤੇ ਚੱਲ ਰਿਹਾ, ਬਿਲਕੁਲ ਇਹਦੇ ਵਿੱਚ ਕੋਈ ਸੱਚਾਈ ਨਹੀਂ ਗੀ। ਮੰਗਾ ਭਾਜੀ ਨੇ ਬੜਾ ਕਲੀਅਰ ਕੱਟ ਹਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ। ਪਰ ਇੱਕ ਗੱਲ ਆ ਮੰਗਾ ਭਾਜੀ ਕਿ ਜੇ ਚਲੋ ਮੈਂ ਮੰਨਦਾ ਜੀ ਵੀ ਜਿਹੜੀਆਂ ਉਹਨਾਂ ਦੀਆਂ ਫੀਸਾਂ ਆ ਕਾਫੀ ਹਾਈ ਆ, ਜਿਹੜੇ ਇੱਥੇ ਦੇ ਬੱਚਿਆਂ ਨਾਲੋਂ ਡਬਲ ਆ, ਉਦੋਂ ਵੀ ਥੋੜ੍ਹੀਆਂ ਜਿਹੀਆਂ ਵੱਧ ਨੇ। ਪਰ ਦੇਖੋ ਜੀ, ਇਹ ਜਦੋਂ ਵੀ ਕੋਈ ਤਾੜੀ ਵੱਜਦੀ ਆ ਇੱਕ ਹੱਥ ਨਾਲ ਨਹੀਂ ਵੱਜਦੀ, ਤਾੜੀ ਹਮੇਸ਼ਾ 2 ਹੱਥਾਂ ਨਾਲ ਵੱਜਦੀ ਆ। ਜੇ ਉਹਨਾਂ ਬੱਚਿਆਂ ਨੂੰ ਇੱਥੇ ਆਉਣ ਦੀ ਇੱਕ ਚੰਗਾ ਭਵਿੱਖ ਕਰਨ ਦੀ ਲੋੜ ਆ ਨਾ, ਤਾਂ ਹੋ ਸਕਦਾ ਕਿ ਸਾਡੇ ਕੈਨੇਡਾ ਵਾਲਿਆਂ ਨੂੰ ਵੀ ਉਹਨਾਂ ਦੀ ਜ਼ਰੂਰਤ ਆ, ਨੋ ਡਾਊਟ। ਕਿਉਂਕਿ ਆਏ ਦਿਨ ਕੈਨੇਡਾ ਇੱਕ ਇਸ ਤਰ੍ਹਾਂ ਦੀ ਕੰਟਰੀ ਆ ਕਿ ਜੇ ਆਲੇ ਦੁਆਲੇ ਦੀਆਂ ਕੰਟਰੀਆਂ ਕਿਸੇ ਨੂੰ ਨਾ ਕਰਦੀਆਂ ਨਾ, ਤਾਂ ਕੈਨੇਡਾ ਜਿਹੜਾ ਉਹਨਾਂ ਨੂੰ ਹਾਂ ਕਰ ਦਿੰਦਾ। ਮੋਸਟ ਆਫ ਦੈਮ ਇਸ ਤਰ੍ਹਾਂ ਦੀਆਂ ਨਿਊਜ਼ ਜਿਹੜੀ ਆਮ ਅਸੀਂ ਸਾਂਝੀ ਕਰਦੇ ਰਹਿੰਦੇ ਆ, ਬਹੁਤ ਕੁਝ ਇੱਦਾਂ ਦਾ ਆ। ਪਰ ਮੰਗਾ ਭਾਜੀ ਜੇ ਸਟੂਡੈਂਟ ਆਉਂਦੇ ਆ, ਸਟੂਡੈਂਟ ਸਾਰਾ ਕੁਝ ਕਰ ਰਹੇ ਆ, ਜਿਹੜਾ ਕੈਨੇਡਾ ਨੂੰ ਥੋੜਾ ਜਿਹਾ ਅੱਗੇ ਲੈ ਕੇ ਜਾ ਰਹੇ ਆ। ਪਰ ਜੇ ਗੱਲਬਾਤ ਹੁਣ ਪਿਛਲੇ 3-4 ਮਹੀਨਿਆਂ ਦੀ ਕੀਤੀ ਜਾ ਸਕੇ, ਨਾ ਤੇ ਕੋਈ ਸਟੂਡੈਂਟ ਆਇਆ ਤੇ ਨਾ ਕੋਈ ਸਟੂਡੈਂਟ ਗਿਆ। ਉਹੀ ਮੈਂ ਗੱਲ ਕਰਦਾ ਹਾਂ ਜੀ। ਤੇ ਹੁਣ ਵੀ ਤਾਂ ਕੈਨੇਡਾ ਬੜਾ ਵਧੀਆ ਚੱਲ ਰਿਹਾ ਹੈ ਕੈਨੇਡਾ, ਬਿਲਕੁਲ ਕੈਨੇਡਾ। ਬਾਕੀ ਜਿਹੜੀ ਫੀਸ ਦੀ ਗੱਲ ਹੈ ਨਾ ਜੌਲ ਸਾਹਿਬ, ਫੀਸ ਜਿਹੜੀ ਆ ਉਹਦੇ ਉੱਤੇ ਬੜਾ ਸਿੰਪਲ ਜਿਹਾ ਮੇਰਾ ਤਾਂ ਇੱਕੋ ਹੀ ਆਨਸਰ ਹੁੰਦਾ ਹੈ ਵੀ ਦੇਖੋ, ਜਦੋਂ ਤੁਸੀਂ ਇੱਥੇ ਆ ਕੇ ਤੁਸੀਂ ਫੀਸ ਦਾ ਰੌਲਾ ਪਾਓ, ਬਿਲਕੁਲ ਗਲਤ ਆ। ਕਿਉਂਕਿ ਜਦੋਂ ਤੁਸੀਂ ਇੰਡੀਆ ਤੋਂ ਤੁਰੇ ਸੀਗੇ, ਹੁਣ ਅੱਜ ਦੀ ਤਰੀਕ ਦੇ ਵਿੱਚ ਹੁਣ ਸਾਡਾ ਥੋੜੀ ਕਸੂਰ ਆ ਵੀ ਕੈਨੇਡੀਅਨ ਡਾਲਰ ਦੇ $1 ਦੇ 50 ਰੁਪਏ ਬਣਦੇ ਆ। ਇਹ ਸਾਡਾ ਕਸੂਰ ਨਹੀਂ ਆ, ਇਹ ਹਿੰਦੁਸਤਾਨ ਦੀ ਗੌਰਮੈਂਟ ਦਾ ਕਸੂਰ ਆ, ਕਿਉਂਕਿ ਉਹਨਾਂ ਨੇ ਸਿਸਟਮ ਨੂੰ ਇੰਨਾ ਗੰਦਾ ਕਰਕੇ ਰੱਖਿਆ ਆ। ਹੁਣ ਜੇ ਅੱਜ ਦੀ ਤਰੀਕ ਦੇ ਵਿੱਚ ਸਾਡਾ ਬੱਚਾ ਇੰਡੀਆ ਪੜ੍ਹਨ ਜਾਵੇ, ਥੋੜਾ ਕੈਨੇਡੀਅਨ ਸਿਟੀਜ਼ਨ ਬੱਚਾ ਇੰਡੀਆ ਪੜ੍ਹਨ ਜਾਵੇ, ਉਸ ਜਿੱਤੇ ਡਾਲਰ ਬਰਾਬਰ ਦਾ ਹੋਵੇ ਤੇ ਉਸ ਨੂੰ ਵੀ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਆ ਕੋਸਟ ਕਰਨੀ ਪਵੇਗੀ। ਅਸੀਂ ਇੱਥੇ ਆ ਕੇ ਤਾਂ ਕਹਿ ਦਿੰਦੇ ਆ ਵੀ ਫੀਸ ਜਿਹੜੀ ਆ ਜੀ ਉੱਥੇ ਦੇ ਸਟੂਡੈਂਟਾਂ ਤੋਂ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਉੱਥੇ ਪ੍ਰਾਈਵੇਟ ਸਕੂਲ ਆ,
ਉਹ ਕਿਵੇਂ ਉੱਥੇ ਲੋਕਾਂ ਦੀ ਛਿੱਲ ਆਉਣ ਲੱਗੇ ਹੋ ਆ। ਹੁਣ ਤੁਸੀਂ ਇਹ ਦੇਖੋ ਵੀ ਡਾਕਟਰ ਦੀ ਉੱਥੇ ਸੀਟ ਲੈਣ ਦੇ ਲਈ ਕਿੰਨੀ ਜਿਹੜੀ ਤੁਸੀਂ ਡਾਕਟਰ ਦੀ ਪੜ੍ਹਾਈ ਕਰਨੀ ਹੈ ਉਹਦੀ ਸੀਟ ਲੈਣ ਦੇ ਲਈ ਤੁਹਾਨੂੰ ਕਿੰਨੀ ਵੱਡੀ ਰਿਸ਼ਵਤ ਦੇਣੀ ਪੈਂਦੀ ਆ, ਔਰ ਕਿੰਨਾ ਪੈਸਾ ਜਿਹੜਾ ਆ ਤੁਹਾਡਾ ਖਰਚ ਕੀਤਾ ਜਾਂਦਾ ਆ। ਵੱਡੇ ਵੱਡੇ ਢਿੱਡਾਂ ਵਾਲੇ ਜਿਹੜੇ ਆ ਜੀ ਉਹ ਮੱਲ ਕੇ ਬੈਠੇ ਆ। ਜਿਵੇਂ ਹੁਣ ਤੁਸੀਂ ਇਹ ਦੇਖੋ, ਮੈਂ ਤਾਂ ਇੱਕ ਹੈਰਾਨੀ ਦੀ ਗੱਲ ਆ ਦਿੱਲੀ ਦੇ ਵਿੱਚ, ਕਿਉਂਕਿ ਮੇਰੀ ਕਹਿ ਲਓ ਕਾਫੀ ਫੈਮਿਲੀ ਮੇਰੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਰਹਿੰਦੇ ਆ। ਸੋ ਬੱਚਿਆਂ ਨੂੰ ਜਿਹੜੀ ਐਡਮਿਸ਼ਨ ਦਿਵਾਉਣੀ ਸੀਗੀ ਦਿੱਲੀ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਵੀ ਕਹਿ ਲਓ ਵੀ ਇੱਦਾਂ ਦੀਆਂ ਜਿਹੜੀਆਂ ਅਪਰੋਚਸ ਚਾਹੀਦੀਆਂ ਸੀਆਂ, ਇੱਦਾਂ ਦੀਆਂ ਸਿਫਾਰਸ਼ਾਂ ਚਾਹੀਦੀਆਂ ਸੀਆਂ ਕਿ ਮੈਂ ਹੈਰਾਨ ਰਹਿ ਗਿਆ ਵੀ ਦੱਸੋ ਬੱਚਿਆਂ ਨੇ ਪੜ੍ਹਨਾ ਆ ਕਿ ਬੱਚਿਆਂ ਨੇ ਕੋਈ ਬਹੁਤ ਵੱਡੀ ਜੌਬ ਤੇ ਲੱਗ ਕੇ ਉੱਥੋਂ ਬਹੁਤ ਪੈਸਾ ਕਮਾਉਣਾ ਆ। ਪੜ੍ਹਾਈ ਕਰਨ ਦੇ ਲਈ ਵੀ ਜਿਹੜਾ ਉੱਥੇ ਦੇਖੋ ਝੂਠ ਬੋਲਣਾ ਪੈ ਰਿਹਾ, ਅਪਰੋਚ ਕਰਨੀ ਪੈ ਰਹੀ, ਪੈਸਾ ਖਿਲਾਉਣਾ ਪੈ ਰਿਹਾ। ਮੰਗਾ ਭਾਜੀ ਦੇਖੋ ਨਾ, ਜਦੋਂ ਕੋਈ ਵੀ ਕੰਮ ਚੱਲਦਾ ਅਸੀਂ ਉਹਦੇ ਲਈ ਖੁਦ ਵੀ ਉਨੇ ਹੀ ਜ਼ਿੰਮੇਵਾਰ ਆ ਜਿੰਨੀਆਂ ਸਾਡੀਆਂ ਯੂਨੀਵਰਸਿਟੀਜ਼, ਜਿੰਨੀਆਂ ਸਾਡੇ ਕਾਲਜ ਵਗੈਰਾ, ਜਾਂ ਜਿਹੜੇ ਸਾਨੂੰ ਕਹਿੰਦੇ ਹੁੰਦੇ ਨਾ ਵੀ ਸਕੂਲ ਇੱਕ ਇਸ ਤਰ੍ਹਾਂ ਦਾ ਮੰਦਰ ਹੈ ਜਿੱਥੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ। ਪਰ ਜਦੋਂ ਉਸ ਮੰਦਰ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਬੜੀ ਵੱਡੀ ਫੀਸ ਚੁਕਾਉਣੀ ਪੈਂਦੀ ਆ, ਕਿਸ ਤਰ੍ਹਾਂ ਉਹ ਬੱਚਾ ਆਪਣਾ ਮਨ ਲਾ ਕੇ ਉੱਥੇ ਪੜ੍ਹੇਗਾ। ਜਦੋਂ ਵੀ ਉਹ ਕਦੇ ਪੜ੍ਹਨ ਲੱਗੇਗਾ ਜਾਂ ਉਹ ਪੇਪਰ ਦੇਣ ਲੱਗੇਗਾ, ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਖੜਕੇਗੀ ਕਿ ਮੈਂ ਇਸ ਸੀਟ ਤੇ ਬਹਿਣ ਤੋਂ ਪਹਿਲਾਂ ਇੰਨੀ ਕੁ ਪੈਸਾ ਕਿਸੇ ਨੂੰ ਖਿਲਾਇਆ ਸੀ, ਇੰਨੀ ਕੁ ਮੈਂ ਕਿਸੇ ਨੂੰ ਰਿਸ਼ਵਤ ਦਿੱਤੀ ਸੀਗੀ। ਉਹ ਬੱਚੇ ਦਾ ਮਨ ਪੜ੍ਹਾਈ ਵਿੱਚ ਮੰਗਾ ਭਾਜੀ ਕਿਸ ਤਰ੍ਹਾਂ ਲੱਗੇਗਾ ਜਿਹਨੇ ਨੀਂਹ ਐਡੀ ਖੋਖਲੀ ਰੱਖ ਲਈ ਆਪਣੀ ਇਸ ਪਨ ਦੀ। ਬਿਲਕੁਲ ਜੀ, ਕਿਉਂਕਿ ਤੁਸੀਂ ਇਹ ਦੇਖੋ ਕਿ ਤੁਹਾਡੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ ਕਿ ਇਸੇ ਕਰਕੇ ਹੀ ਜਿਹੜੀ ਖੁਦਕੁਸ਼ੀਆਂ ਦੇ ਦੌਰ ਚੱਲਦੇ ਆ, ਬੱਚੇ ਜਿਹੜੇ ਆ ਖੁਦਕੁਸ਼ੀਆਂ ਕਰਦੇ ਆ। ਕਿਉਂਕਿ ਕਈ ਬੱਚੇ ਇੱਕ ਤਾਂ ਹੁੰਦਾ ਨਾ ਵੀ ਕਹਿ ਲਓ ਵੀ ਹਰਾਮ ਦਾ ਪੈਸਾ ਜਿਹਨੂੰ ਕਹਿ ਦਿੰਦੇ ਆ, ਉਹ ਹੁੰਦਾ, ਉਹ ਬੱਚਿਆਂ ਨੂੰ ਵੀ ਪਤਾ ਹੁੰਦਾ, ਉਹ ਕੇਅਰ ਹੀ ਨਹੀਂ ਕਰਦੇ। ਇੱਕ ਬੱਚੇ ਸੈਂਸਿਟਿਵ ਹੁੰਦੇ ਆ, ਉਹ ਪੜ੍ਹਾਈ ਲਿਖਾਈ ਕਰਨਾ ਚਾਹੁੰਦੇ ਆ, ਪਰ ਉਹਨਾਂ ਨੂੰ ਪਤਾ ਕਿ ਸਾਡੇ ਮਾਂ ਪਿਓ ਨੇ ਪਤਾ ਨਹੀਂ ਕਿੱਥੋਂ ਕਰਜ਼ਾ ਲੈ ਕੇ ਜਿਹੜਾ ਇਹ ਪੈਸਾ ਜਿਹੜਾ ਹੈ ਜੀ ਇਹ ਦਿੱਤਾ। ਪਰ ਉਹ ਜਦੋਂ ਉਹ ਪੈਸਾ ਉਹਨਾਂ ਨੂੰ ਲੱਗਦਾ ਕਿ ਉਹ ਸਹੀ ਸਾਨੂੰ ਉਹਨਾਂ ਤੋਂ ਜਿਹੜੀਆਂ ਚੀਜ਼ਾਂ ਸਕੂਲਾਂ ਤੋਂ ਮਿਲਣੀਆਂ ਚਾਹੀਦੀਆਂ, ਕਾਲਜਾਂ ਤੋਂ ਮਿਲਣੀਆਂ ਚਾਹੀਦੀਆਂ, ਪੜ੍ਹਾਈ ਤੋਂ ਮਿਲਣੀਆਂ ਚਾਹੀਦੀਆਂ, ਉਹ ਨਹੀਂ ਮਿਲ ਰਹੀਆਂ, ਉਹਦਾ ਰਿਟਰਨ ਸਾਨੂੰ ਪ੍ਰੋਪਰ ਨਹੀਂ ਆ ਰਿਹਾ, ਤੇ ਉਹ ਬੱਚੇ ਇੰਨੇ ਸੈਂਸਿਟਿਵ ਹੁੰਦੇ ਆ। ਹੁਣ ਇੰਡੀਆ ਦੇ ਵਿੱਚ ਤੁਸੀਂ ਇਹ ਦੇਖੋ ਕਿ ਆ ਜਿਹੜਾ ਰਿਜ਼ਰਵੇਸ਼ਨ ਆ, ਕਿੰਨਾ ਗਲਤ ਇਹ ਸਿਸਟਮ ਹੈ ਰਿਜ਼ਰਵੇਸ਼ਨ ਦਾ, ਬਹੁਤ ਹੀ ਮਾੜਾ ਸਿਸਟਮ ਹੈ ਰਿਜ਼ਰਵੇਸ਼ਨ ਦਾ। 95% ਵਾਲਾ ਜਿਹੜਾ ਆ ਉਹ ਇਸ ਵੇਲੇ ਪਕੌੜੇ ਤਲ ਰਿਹਾ ਹੈ, ਚਾਹ ਬਣਾ ਰਿਹਾ ਆ, ਤੇ ਜਿਹੜਾ 50% ਵਾਲਾ ਆ ਰਿਜ਼ਰਵੇਸ਼ਨ ਵਾਲਾ ਆ ਉਹ ਇਸ ਵੇਲੇ DC ਲੱਗਾ ਆ, SDM ਲੱਗਾ ਆ, IAS ਅਫਸਰ ਲੱਗਾ, IPS ਅਫਸਰ ਲੱਗਾ ਆ, ਤੇ 95% ਦਾ ਬ੍ਰਿਲੀਅੰਟ ਜਿਹੜਾ ਸਟੂਡੈਂਟ ਆ ਉਹ ਉਹਦੇ ਦਰਵਾਜ਼ੇ ਦੇ ਬਾਹਰ ਖੜ ਕੇ ਚਪੜਾਸੀ ਦੀ ਨੌਕਰੀ ਦੇ ਲਈ ਵੀ ਜਿਹੜੀਆਂ ਉਹ ਮਿੰਨਤਾਂ ਕਰਦਾ। ਇਹ ਬਹੁਤ ਜਿਹੜਾ ਇੱਕ ਬਿਲਕੁਲ ਜਿਹੜਾ ਬਹੁਤ ਘਟੀਆ ਸਿਸਟਮ ਆ। ਇਹਨੂੰ ਜਸਟੀਫਿਕੇਸ਼ਨ ਜਿਹੜੀ ਆ ਮੈਨੂੰ ਨਹੀਂ ਸਮਝ ਲੱਗਦੀ ਵੀ ਇਹਨੂੰ ਕਿੱਦਾਂ ਕਰਾਂਗੇ, ਕਿਉਂਕਿ ਇੱਥੇ ਹਮੇਸ਼ਾ ਹੀ ਹਵਾਲਾ ਜਿਹੜਾ ਆ ਉਹ BR ਅੰਬੇਦਕਰ ਦਾ ਦਿੱਤਾ ਜਾਂਦਾ ਆ ਕਿ ਰਿਜ਼ਰਵੇਸ਼ਨ। ਪਰ ਜੇ ਅਸੀਂ ਸੰਵਿਧਾਨ ਦੇ ਵਿੱਚ ਜਿਹੜੇ ਰਿਜ਼ਰਵੇਸ਼ਨ ਦਾ ਜਿਹੜਾ ਪੈਰਾਗ੍ਰਾਫ ਆ, ਜੇ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਪੜ੍ਹਦੇ ਹਾਂ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਰਿਜ਼ਰਵੇਸ਼ਨ ਜਿਹੜੀ ਆ ਉਹ ਲੋੜਵੰਦਾਂ ਦੇ ਲਈ ਸੀ, ਉਹ ਕਿਸੇ ਇੱਕ ਕਲਾਸ ਦੇ ਲਈ ਨਹੀਂ ਸੀ। ਅਸੀਂ ਇਹ ਕਲਾਸਾਂ ਜਿਹੜੀਆਂ ਆ ਨਾ ਐਕਚੁਅਲੀ ਆਪਣੇ ਫਾਇਦੇ ਲੈਣ ਦੇ ਲਈ ਬਣਾਈਆਂ। ਹੁਣ ਤੁਸੀਂ ਇਹ ਦੇਖੋ ਜੌਲ ਸਾਹਿਬ, ਜੇ ਤੁਸੀਂ ਕਿਸੇ ਨੂੰ ਵੈਸੇ ਲੋਅਰ ਕਾਸਟ ਕਹਿ ਦੋ ਤੇ ਤੁਹਾਡੇ ਤੇ ਪਰਚਾ ਆ, ਤੇ ਪਰ ਜਦੋਂ ਬੈਨੀਫਿਟ ਲੈਣੇ ਆ ਤੇ ਸਭ ਤੋਂ ਮੋਹਰੇ ਹੋ ਕੇ ਆਪਣੇ ਆਪ ਨੂੰ ਤੁਸੀਂ ਲੋਅਰ ਕਾਸਟ ਦੇ ਵਿੱਚ ਜਿਹੜੀ ਆ ਉਹਦੀ ਗਿਣਤੀ ਕਰਵਾਉਂਦੇ ਆ। ਮੰਗਾ ਭਾਜੀ ਦੇਖੋ, ਜਦੋਂ ਨਾ ਕਹਿੰਦੇ ਨਾ ਹੁਣ ਜਿੱਦਾਂ ਕਿ ਤੁਸੀਂ ਇੱਕ ਵਰਡ ਇੱਕ ਯੂਜ਼ ਕਰਦੇ ਹੁੰਦੇ ਆ, ਅਸੀਂ ਕਈ ਪ੍ਰੋਗਰਾਮ ਜੋ ਯੂਜ਼ ਕੀਤਾ ਕਿ ਜੇ ਅਸੀਂ ਸਟੂਡੈਂਟ ਨੂੰ ਸਟੂਡੈਂਟ ਇੱਥੇ ਕਹਿ ਦਈਏ ਨਾ ਤੇ ਉਹ ਗੱਲ ਪੈਣ ਨੂੰ ਫਿਰਦੇ ਆ। ਉਹੀ ਇਸੇ ਤਰ੍ਹਾਂ ਕਿ ਜਦੋਂ ਵੀ ਕਿਤੇ ਜੋਬਾਂ ਨਿਕਲਦੀਆਂ ਜਾਂ ਕੋਈ ਵੀ ਉਹਨਾਂ ਲਈ ਸਪੈਸ਼ਲ ਇੱਕ ਕੋਟਾ ਰੱਖਿਆ ਜਾਂਦਾ ਮੰਗਾ ਭਾਜੀ। ਪਰ ਜਦੋਂ 90% ਜਾਂ 95% ਲੈਣ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਉਹ ਕਿੱਧਰ ਨੂੰ ਜਾਣਗੇ? ਇੱਕ ਗੱਲ। ਦੂਜੀ ਗੱਲ ਇਹ ਆ ਕਿ ਜਿਸ ਕੰਟਰੀ ਦਾ ਪ੍ਰਧਾਨ ਮੰਤਰੀ ਤੀਜੇ ਦਿਨ ਉੱਠ ਕੇ ਥਾਲੀ ਵਜਾਉਂਦਾ ਆ ਕਿ ਜੇ ਤੁਸੀਂ ਪੜ੍ਹੇ ਲਿਖੇ, ਜੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲਦਾ ਤਾਂ ਪਕੌੜੇ ਵਿੱਚ ਲੱਗ ਪਾਓ। ਉਹ ਯਾਰ ਉਹਨਾਂ ਨੇ PhD ਜਾਂ ਇਹ ਪੜ੍ਹਾਈ ਜਿਹੜੀ ਆ ਪਕੌੜੇ ਚੱਲੀ ਕੀਤੀ ਸੀਗੀ ਮੰਗਾ ਭਾਜੀ, ਕਿ ਉਹਨਾਂ ਨੇ ਕਿਸੇ ਚੰਗੇ ਭਵਿੱਖ ਲਈ ਕੀਤੀ ਸੀ ਕਿ ਸਾਨੂੰ IT ਵਗੈਰਾ ਦੀ ਕੋਈ ਜੌਬ ਮਿਲੇ, ਅਸੀਂ ਏਡੀ ਪੜ੍ਹਾਈ ਕੀਤੀ, ਇੰਨਾ ਅਸੀਂ ਪੈਸਾ ਖਰਾਬ ਕੀਤਾ ਆ, ਤੇ ਤੀਜੇ ਦਿਨ ਜਾਂ ਤਾਂ ਮੱਛਰ ਮਾਰ ਲਈ ਜੀ ਬਾਰੀਆਂ ਖੜਕਾਉਣ ਲੱਗ ਪਾਓ, ਤੇ ਜਾਂ ਇਦਾਂ ਦੇ ਕੰਮ ਹੀ ਆ ਜੀ। ਬਿਲਕੁਲ, ਤੁਸੀਂ ਦੇਖੋ ਕਿ
ਮਹਾਨਾਇਕ ਦਾ ਖਿਤਾਬ ਮਿਲਿਆ। ਫਿਰ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਯੂਨੀਵਰਸਿਟੀ ਤੋਂ ਡਾਕਟਰੇਟਸ ਦੀਆਂ ਜਿਹੜੀਆਂ ਆ ਉਹ ਡਿਗਰੀਜ਼ ਵੀ ਦਿੱਤੀਆਂ ਗਈਆਂ। ਸਨਮਾਨਿਤ ਕਰ ਦਿੰਦੇ ਆ ਜਿਹੜੇ ਵੱਡੇ ਬੰਦੇ ਹੁੰਦੇ, ਉਹਨਾਂ ਨੂੰ ਸਾਰਾ ਜਿਹੜਾ ਪੂਰਾ ਪ੍ਰੋਪਰ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ। ਪਰ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਵੀ ਅਨਪੜ੍ਹਤਾ ਦਾ ਹਵਾਲਾ ਦਿੱਤਾ। ਜਦੋਂ ਕਰੋਨਾ ਵਾਇਰਸ ਦਾ ਜਿਹੜਾ ਆ ਦੌਰ ਸ਼ੁਰੂ ਹੋਇਆ ਸੀਗਾ, ਉਹਨਾਂ ਨੇ ਵੀ ਕੋਠੇ ਦੇ ਉੱਤੇ ਚੜ੍ਹ ਕੇ ਥਾਲੀ ਵਜਾਈ ਸੀਗੀ, ਪਰ ਉਹਨਾਂ ਬਜਾਏ ਥਾਲੀ ਵਜਾਉਣ ਦੇ ਮਹਾਨਾਇਕ ਨੂੰ ਪਤਾ ਕਿ ਮੇਰੀ ਗੱਲ ਜਿਹੜੀ ਆ ਉਹ ਆਮ ਪਬਲਿਕ ਸੁਣਦੀ ਆ, ਆਮ ਪਬਲਿਕ ਜਿਹੜੀ ਆ ਉਹਦੇ ਉੱਤੇ ਜਿਹੜਾ ਗੌਰ ਕਰਦੀ ਆ। ਸੋ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਭਾਈ ਕਰੋਨਾ ਦੇ ਦਿਨਾਂ ਦੇ ਵਿੱਚ ਜਿੰਨਾ ਵੀ ਤੁਸੀਂ ਬਚ ਸਕਦੇ ਹੋ, ਸੋਸ਼ਲ ਡਿਸਟੈਂਸ ਰੱਖ ਸਕਦੇ ਹੋ, ਹੱਥ ਪੈਰ ਸਾਫ਼ ਰੱਖ ਸਕਦੇ ਹੋ, ਉਨਾ ਰੱਖੋ। ਜਿੰਨਾ ਘਰ ਬੈਠ ਸਕਦੇ ਆ ਘਰ ਬੈਠੋ, ਪਬਲਿਕ ਗੈਦਰਿੰਗ ਤੋਂ ਥੋੜ੍ਹਾ ਦੂਰ ਰਹੋ। ਬਜਾਏ ਇਹਨਾਂ ਗੱਲਾਂ ਦੇ ਉੱਤੇ ਉਹਨਾਂ ਨੇ ਵੀ ਕੋਠੇ ਦੇ ਉੱਤੇ ਜਿਹੜੀ ਆ ਉਹ ਖੜ੍ਹ ਕੇ ਜਿਹੜੀ ਆ ਥਾਲੀ ਨੂੰ ਖੜਕਾਇਆ। ਪਰ ਕਰੋਨਾ ਨੇ ਹੁਣ ਐਕਚੁਅਲ ਚਾਹੇ ਉਹਨਾਂ ਨੂੰ ਇੱਕ ਦਿਨ ਦੀ ਪੋਜ਼ੀਟਿਵਿਟੀ ਹੋਈ ਕਰੋਨਾ ਦੀ, ਚਾਹੇ ਚਲੋ ਸ਼ਿਕਾਇਤ ਹੋਈ, ਜੋ ਵੀ ਹੋਈ, ਪਰ ਇੱਕ ਗੱਲ ਜਿਹੜੀ ਆ ਉਹ ਅਸਲੀਅਤ ਬਣ ਕੇ ਬਾਹਰ ਆਈ ਆ ਕਿ ਜਿਹੜੀ ਇਹ ਬਿਮਾਰੀ ਆ ਰਾਈਟ, ਇਹ ਥਾਲੀਆਂ ਦੇ ਨਾਲ ਨਹੀਂ, ਇਹ ਪ੍ਰੀਕਾਸ਼ਨਸ ਦੇ ਨਾਲ ਹੀ ਜਿਹੜੀ ਆ ਹਟਾਈ ਜਾ ਸਕਦੀ ਆ ਜਾਂ ਇਹਦੇ ਤੋਂ ਬਚਿਆ ਜਾ ਸਕਦਾ ਆ। ਬਿਲਕੁਲ ਜੌਲ ਸਾਹਿਬ, ਨਾਲ ਦੀ ਨਾਲ ਸਾਨੂੰ ਇੱਕ ਮੈਸੇਜ ਜਿਹੜਾ ਸਾਡੀ ਛੋਟੀ ਸਿਸਟਰ ਅਭੀ ਲਿਖਦੀ ਹੁੰਦੀ, ਉਹ ਕਹਿੰਦੀ ਬਿਲਕੁਲ ਵੀ ਆਰ ਆਲ ਰਿਸਪੋਂਸੀਬਲ ਫॉर ਦਿਸ। ਇੰਡੀਆ ਦੇ ਵਿੱਚ ਵੀ ਹਰ ਇੱਕ ਜਗ੍ਹਾ ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ, ਕਿਉਂਕਿ ਸਮਾਜ ਅਭੀ ਅਸੀਂ ਬਣਾਉਂਦੇ ਹਾਂ, ਕਿਉਂਕਿ ਅਸੀਂ ਖੁਦ ਸਮਾਜ ਹਾਂ। ਜੇ ਅਸੀਂ ਹੀ ਗਲਤ ਹੋਵਾਂਗੇ ਜਾਂ ਸਾਡੀ ਸੋਚ ਗਲਤ ਹੋਵੇਗੀ, ਜਿੱਦਾਂ ਦੀ ਸੋਚ ਹੋਵੇਗੀ ਉਸੇ ਹੀ ਤਰੀਕੇ ਦਾ ਜਿਹੜਾ ਆ ਸਮਾਜ ਉਹਦੇ ਵਿੱਚੋਂ ਜਿਹੜਾ ਆ ਜੀ ਉਹ ਉਪਜਦਾ ਆ, ਉਸੇ ਹੀ ਤਰੀਕੇ ਦਾ ਜਿਹੜਾ ਸਮਾਜ ਉਹਦੇ ਵਿੱਚੋਂ ਬਣ ਕੇ ਨਿਕਲਦਾ। ਇੱਕ ਕਾਲ ਹੈ ਜੀ, ਆਪਾਂ ਪਹਿਲਾਂ ਕਾਲ ਲੈਂਦੇ ਹਾਂ ਅਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪਰਿਵਾਰਾਂ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਗੁਰੂ ਪਿਆਰਿਓ, ਦੋਨਾਂ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਕੀ ਹਾਲ ਚਾਲ ਆ? ਠੀਕ ਆ? ਹਾਂਜੀ, ਤੁਸੀਂ ਸੁਣਾਓ? ਬਿਲਕੁਲ ਠੀਕ। ਹੁਣ ਤਾਂ ਜਿਹੜੇ ਇੰਡੀਆ 'ਚ ਏਜੰਟ ਆ, ਉਹਨਾਂ ਨੇ ਨਿਆਣੇ ਆਪਣੀ ਵੱਲੋਂ ਆਈਲੈਟ ਪਾਸ ਕਰਕੇ ਉਹਨਾਂ ਦੇ ਨੰਬਰ ਦੇਣੇ ਸ਼ੁਰੂ ਕਰ ਦਿੱਤੇ ਵੀ ਤੁਸੀਂ ਰਿਜ਼ਰਵ ਦੇ ਵਿੱਚ ਬੈਠੇ ਰਹੋ। ਜਦ ਤੁਹਾਡੀ ਵਾਰੀ ਜਦ ਚੱਲੂਗੀਆਂ ਜਹਾਜ਼ ਚੱਲਣਗੇ, ਹਾਂਜੀ, ਸਾਲ ਨੂੰ ਚੱਲਣੇ ਆ, ਪਤਾ ਨਹੀਂ 6 ਮਹੀਨੇ ਨੂੰ ਚੱਲਣੇ ਆ। ਹਾਂਜੀ ਹਾਂਜੀ, ਪੈਸੇ ਪਹਿਲਾਂ ਜਮ੍ਹਾਂ ਕਰਕੇ ਰੱਖ ਲੈਂਦੇ। ਬਿਲਕੁਲ ਬਿਲਕੁਲ ਜੀ। ਅੱਛਾ, ਫਿਰ ਇੱਥੇ ਹੁਣ ਮੈਂ ਤੁਹਾਨੂੰ ਇੱਥੇ ਦੀ ਹਾਲਤ ਦੱਸਦਾ। ਸਾਡੇ ਇੱਕ ਵਿਕਟੋਰੀਆ ਸਟੇਟ ਆ, ਹਾਂਜੀ, ਉਹ ਮੇਨ ਉੱਥੇ ਮੈਲਬੌਰਨ ਹੈ, ਉੱਥੇ ਯੂਨੀਵਰਸਿਟੀ ਹੈ, ਬਹੁਤ ਬੜੀ ਮੋਸਟ ਯੂਨੀਵਰਸਿਟੀ। ਹੋਰ ਵੀ ਹੈਗੀਆਂ, ਬਹੁਤੇ ਬੱਚੇ ਉੱਥੇ ਆਏ ਹੋ ਆ। ਉਹਦਾ ਸਾਰਾ ਬਾਰਡਰ ਸੀਲ ਕੀਤਾ ਆ। ਠੀਕ, ਨਾ ਤੁਸੀਂ ਜਾ ਸਕਦੇ ਨਾ ਤੁਸੀਂ ਆ ਸਕਦੇ। ਹਾਂਜੀ। ਸੋ ਦੇਖੋ ਇਹ 100 ਮੀਲ ਦੇ ਬਾਰਡਰ ਹੈ ਇੱਥੋਂ ਨਿਊ ਸਾਊਥ ਵੇਲਜ਼ ਦਾ, ਤਾਂ ਜਾਂ ਮੁੜ ਕੇ ਹੈ, ਸਾਨੂੰ ਚੈੱਕ ਕਰਨਾ ਪਿਆ। ਹਾਂਜੀ, ਉਹ ਆਏ ਅਸੀਂ ਕਹਿੰਦੀ ਵੀ ਮੇਰੇ ਉੱਤੇ ਕਹਿੰਦੇ ਜੀ ਵਿਆਹ ਤੋਂ ਆਏਗਾ। ਹਾਂਜੀ, ਉੱਥੇ ਜੀ ਫਲਾਨੀ ਜਗ੍ਹਾ ਤੇ ਬੰਦੇ ਆਏ ਸੀਗੇ, ਉਹ ਕਹਿੰਦਾ ਮੈਨੂੰ ਕੀ ਪਤਾ ਕਿਹੜਾ ਆਇਆ ਕਿ ਨਹੀਂ ਆਇਆ। ਕਹਿੰਦੇ ਉਹ ਪੂਰਾ ਚੈੱਕ ਕਰਕੇ ਹੁਣ ਉਹ ਦੂਗਾ ਲਾ ਕੇ ਸਾਰਾ ਕੁਝ ਚੈੱਕ ਕਰਦੇ ਕਰੋਨਾ ਹੈਗਾ ਕਿ ਨਹੀਂ ਹੈਗਾ। ਹਾਂ, ਕਿਉਂਕਿ ਗਿਆਨ ਸਿੰਘ ਜੀ ਇਹਨੂੰ ਕਹਿੰਦੇ ਆ ਪ੍ਰੀਕਾਸ਼ਨ, ਰਾਈਟ। ਇਹ ਤੁਸੀਂ ਪ੍ਰੀਕਾਸ਼ਨ ਲੈਂਦੇ ਹੋ। ਗੌਰਮੈਂਟਸ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਜਿਹੜੀ ਗੈਦਰਿੰਗ ਆ ਉਹਨੂੰ ਘਟਾਉਂਦੀ ਆ, ਜਿਹੜਾ ਸੋਸ਼ਲ ਡਿਸਟੈਂਸ ਆ ਉਹਨੂੰ ਬਰਕਰਾਰ ਰੱਖਦੀ ਆ। ਜੇ ਸਖਤੀਆਂ ਨਾ ਕੀਤੀਆਂ ਜਾਣ, ਹੁਣ ਨਿਊਜ਼ ਦੇ ਵਿੱਚ ਸਖਤੀ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਵੱਡੀ ਦਿਖਾਈ ਗਈ ਆ, ਪਰ ਉੱਥੇ ਸਖਤੀ ਦਾ ਜਿਹੜਾ ਆ ਉਹ ਇੱਕ ਡਿਫਰੈਂਟ ਕ੍ਰਾਈਟੇਰੀਆ ਆ, ਕਿਉਂਕਿ ਉੱਥੇ ਮਾੜੇ ਦੇ ਲਈ ਸਖਤੀ ਡਿਫਰੈਂਟ ਤਰੀਕੇ ਦੀ ਆ, ਮਿਡਲ ਕਲਾਸ ਲਈ ਸਖਤੀ ਡਿਫਰੈਂਟ ਤਰੀਕੇ ਦੀ ਆ, ਅਤੇ ਜਿਹਦੇ ਕੋਲ ਚਾਰ ਛਿੱਲੜ ਵਧੀਆ ਪੈਸੇ ਚਾਰ ਆ ਉਹਨਾਂ ਦੇ ਲਈ ਜਿਹੜੀ ਆ ਉਹ ਸਖਤੀ ਡਿਫਰੈਂਟ ਤਰੀਕੇ ਦੀ ਆ। ਹਾਂਜੀ ਹਾਂਜੀ। ਸੋ ਅਸੀਂ ਬਰਾਤ ਸੀਗੇ, ਬਰਾਤ ਦੇ ਵਿੱਚ ਉਹਨਾਂ ਨੇ ਚੱਚਾ ਜੀ ਦੋਨਾਂ ਪਾਸਿਆਂ ਦੇ ਸੀ, ਕੁੜੀ ਵਾਲੇ ਵੱਲੋਂ ਵੀ ਮੁੰਡੇ ਵਾਲੇ ਵੱਲੋਂ ਵੀ। ਹਾਂਜੀ, ਉਹਨਾਂ ਦੇ 20 ਟੇਬਲ ਖਾਲੀ ਸੀਗੇ। ਉਹਨਾਂ ਨੇ ਉਹੀ ਬੰਦੇ ਸੱਦੇ ਜਿਹੜੇ ਬਹੁਤ ਇੰਪੋਰਟੈਂਟ ਉਹਨਾਂ ਦੇ ਫੈਮਿਲੀ ਦੇ ਬੰਦੇ। ਬਿਲਕੁਲ ਬਿਲਕੁਲ ਜੀ। ਹਾਂਜੀ। ਸੋ ਹਾਂਜੀ, ਧੰਨਵਾਦ ਗਿਆਨ ਸਿੰਘ ਜੀ। ਧੰਨਵਾਦ ਜੀ, ਧੰਨਵਾਦ, ਧੰਨਵਾਦ, ਧੰਨਵਾਦ ਜੀ। ਇੱਥੇ ਇੱਕ ਗੱਲ ਜੌਲ ਸਾਹਿਬ ਮੈਂ ਤੁਹਾਨੂੰ ਦੱਸਦਾ ਵਾਂ ਕਿ ਦੇਖੋ ਕਰੋਨਾ ਦੇ ਨੇ ਆਪਾਂ ਨੂੰ ਨਾ ਬਹੁਤ ਚੀਜ਼ਾਂ ਤੋਂ ਜਿੱਦਾਂ ਵੀ ਬਚਣ ਦੇ ਲਈ ਆਪਾਂ ਨੂੰ ਸੰਕੇਤ ਦਿੱਤੇ ਆ, ਇੰਡੀਕੇਸ਼ਨਸ ਜਿਹੜੀਆਂ ਦਿੱਤੀਆਂ, ਪਰ ਆਪਾਂ ਫਿਰ ਵੀ ਜਿਹੜਾ ਆ ਉਹਨਾਂ ਨੂੰ ਸਮਝਣਾ ਨਹੀਂ ਚਾਹੁੰਦੇ। ਮੈਨੂੰ ਇਹ ਨਹੀਂ ਸਮਝ ਲੱਗੀ ਅੱਜ ਤੱਕ ਵੀ ਕਿ ਸਾਨੂੰ
ਦੌੜ ਕਿਸ ਚੀਜ਼ ਦੀ ਲੱਗੀ ਹੋਈ ਆ। ਹਰ ਇੱਕ ਬੰਦਾ, ਹਰ ਇੱਕ ਇਨਸਾਨ, ਚਾਹੇ ਉਹ ਕੋਈ ਵੀ ਆ ਦੁਨੀਆ ਦੇ ਉੱਤੇ, ਹਰ ਇੱਕ ਇਨਸਾਨ ਨੂੰ ਇੰਨੀ ਕਾਹਲੀ ਕਿਸ ਚੀਜ਼ ਦੀ ਆ। ਉਹਨਾਂ ਨੇ ਕਿਹੜੀ ਇਹੋ ਜਿਹੀ ਚੀਜ਼ ਆ ਵੀ ਜਿਹੜੀ ਫਟਾਫਟ ਉਹ ਉਹਨਾਂ ਦੇ ਪਹੁੰਚਣ ਦੇ ਨਾਲ ਉਹ ਪੂਰੀ ਹੋ ਜਾਣੀ ਆ। ਮੰਗਾ ਭਾਜੀ, ਮੈਂ ਨਾ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ, ਕਈ ਵਾਰੀ ਜਦੋਂ ਅਸੀਂ ਡਰਾਈਵਿੰਗ ਕਰਦੇ ਨਾ ਤੇ ਇੱਕ 10 ਕਾਰਾਂ ਦੇ ਵਿੱਚ ਇੱਕ ਜਾਂ 2 ਬੰਦੇ ਇੱਦਾਂ ਨਿਕਲਦੇ ਜਿਹੜੇ ਦਬਾ ਨਿਕਲਦੇ ਤੁਹਾਡੇ ਕੋਲ ਨੈਕਸਟ ਲਾਈਟਾਂ ਦੇ ਤੁਹਾਡੇ ਨਾਲ ਹੀ ਖੜੇ ਹੁੰਦੇ ਆ। ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਪੈਸਾ ਬਹੁਤ ਜ਼ਰੂਰੀ ਆ, ਪੈਸੇ ਤੋਂ ਬਗੈਰ ਜ਼ਿੰਦਗੀ ਨਹੀਂ ਚੱਲਦੀ। ਪਰ ਜੇ ਤੁਸੀਂ ਆਪ ਆ ਤਾਂ ਪੈਸਾ ਤਾਂ ਹੀ ਕਿਤੇ ਕੰਮ ਆਏਗਾ। ਜੇ ਤੁਸੀਂ ਆਪਣਾ ਆਪ ਹੀ ਗਵਾ ਲਿਆ ਤੇ ਪੈਸੇ ਨਹੀਂ ਕਿਤੇ ਦੋਸਤੋ ਕੰਮ ਨਹੀਂ ਆਉਣਾ। ਜਿਹੜੀ ਨੱਠ ਭੱਜ ਵਾਲੀ ਜ਼ਿੰਦਗੀ ਆ ਉਹਨੂੰ ਥੋੜੀ ਜਿਹੀ ਸਕੂਨ ਦੇ ਨਾਲ ਵੀ ਅਸੀਂ ਜਿਹੜਾ ਆ ਜੀ ਸਕਦੇ ਹਾਂ। ਸਕੂਨ ਵਾਲੀ ਜ਼ਿੰਦਗੀ ਦੇ ਵਿੱਚੋਂ ਬੜਾ ਤੁਹਾਨੂੰ ਮਜ਼ਾ ਮਿਲੇਗਾ, ਬੜਾ ਲੁਤਫ ਮਿਲੇਗਾ। ਸ਼ਾਮ ਨੂੰ ਤੁਸੀਂ ਅਗਰ ਤੁਹਾਡੀ ਜ਼ਿੰਦਗੀ ਚੰਗੀ ਤਰ੍ਹਾਂ ਚੱਲ ਰਹੀ ਹੈ ਨਾ ਮੰਗਾ ਭਾਜੀ, ਤੇ ਬੈੱਡ ਦੇ ਉੱਪਰ ਸੌਂਦੇ ਸਾਰੀ ਤੁਹਾਨੂੰ ਜਿਹੜੀ ਨੀਂਦ ਆ ਜਾਏਗੀ। ਤੇ ਨਹੀਂ ਤਾਂ ਸਾਰੀ ਜਿਹੜੀ ਜਦੋਂ ਕੋਈ ਜਾਂਦੀ ਆ ਤੁਸੀਂ ਟੈਨਸ਼ਨਾਂ ਪਾਲੀਆਂ ਆ ਤੇ ਸਾਰੀ ਰਾਤ ਜਿੱਦਾਂ ਜੀ ਇਦਾਂ ਤੇ ਇਦਾਂ ਹੀ ਹੁੰਦੀ ਹੈ, ਫਿਰ ਨੀਂਦ ਨਹੀਂ ਸਾਰੀ ਰਾਤ ਆਉਂਦੀ ਮੰਗਾ ਭਾਜੀ। ਜਦੋਂ ਤੁਸੀਂ ਟੈਨਸ਼ਨਾਂ ਜਿਹੜੀਆਂ ਪਾਲੀਆਂ ਹੁੰਦੀਆਂ, ਜ਼ਿੰਦਗੀ ਦੀ ਜਿਹੜੀ ਦੌੜ ਆ ਉਹਨੂੰ ਓਨਾ ਕੁ ਸੀਮਿਤ ਰੱਖੋ ਕਿ ਜਿਹਦੇ ਨਾਲ ਅਸੀਂ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕੀਏ। ਦੋਸਤੋ ਨੱਠ ਭੱਜ ਜਿਹੜੀ ਆ ਨਾ ਇਹਦੇ ਵਿੱਚ ਕੁਝ ਨਹੀਂ ਰੱਖਿਆ। ਥੋੜਾ ਜਿਹਾ ਜਿਹੜਾ ਚੰਗੀ ਤਰ੍ਹਾਂ ਚੱਲਾਂਗੇ ਤਾਂ ਉਹ ਹੀ ਸਾਡੇ ਜਿਹੜਾ ਆ ਕੰਮ ਆਉਣਾ। ਤੇ ਦੂਜਾ ਮੰਗਾ ਭਾਜੀ, ਇੱਕ ਚੀਜ਼ ਮੈਂ ਸਾਡੇ ਜਿੰਨੇ ਵੀ ਭੈਣ ਭਰਾ ਇਸ ਵੇਲੇ ਵਿਜ਼ਨ ਪੰਜਾਬ ਟੀਵੀ ਨੂੰ ਵਾਚ ਕਰ ਰਹੇ ਆ, ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਆ, ਕਾਲ ਕਰੋ ਜੀ ਸਕੇ ਕੋਈ ਗੱਲਬਾਤ ਹੈ ਤੁਹਾਡੇ ਕੋਲ ਟੋਰਾਂਟੋ ਨੂੰ ਲੈ ਕੇ ਤੇ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਆ। ਰੇਡੀਓ ਇੰਤਜ਼ਾਰ ਆ ਜਾਂ ਫਿਰ ਵਿਜ਼ਨ ਪੰਜਾਬ ਟੀਵੀ ਤੁਹਾਡੇ ਆਪਣੇ ਪ੍ਰੋਗਰਾਮ ਆ। ਅਸੀਂ ਤਾਂ ਨਾਮ ਵੀ ਤੁਹਾਡੇ ਵਾਲੀ ਰੱਖਿਆ ਵਾ ਪਰਿਵਾਰਕ ਸਾਂਝ, ਕਿ ਅਸੀਂ ਪਰਿਵਾਰਾਂ ਦੇ ਨਾਲ ਹੀ ਗੱਲਾਂ ਬਾਤਾਂ ਕਰਦੀਆਂ। ਇੱਕ ਗੱਲ ਆ ਜੀ ਤੁਹਾਡੇ ਕੋਲੋਂ ਕੁਝ ਨਹੀਂ ਆ ਮੰਗਾ ਭਾਜੀ ਕਿ ਕੋਈ ਕੰਮ ਇੰਡੀਆ ਦੇ ਵਿੱਚ ਜਾ ਕੇ ਤੁਸੀਂ ਕਰਾਇਆ ਹੋਵੇ, ਚਾਹੇ ਉਹ ਗਵਰਨਮੈਂਟ ਵਾਲਾ ਕੰਮ ਹੋਵੇ ਜਾਂ ਅਸੀਂ ਪਿੰਡ ਦੇ ਸਰਪੰਚ ਕੋਲੋਂ ਜਾਂ ਕਿਤੇ ਜਿਹੜਾ ਰਿਸ਼ਵਤ ਤੋਂ ਬਗੈਰ ਹੁੰਦਾ ਹੋਵੇ, ਉਹ ਅੱਜ 4-5 ਕੰਮ ਬਣਾ ਦਿਓ ਤੇ ਬੜਾ ਜਿਹੜਾ ਜੀ ਦਿਲ ਨੂੰ ਸਕੂਨ ਮਿਲੇਗਾ। ਜੇ ਇਹ ਤੁਹਾਡੇ ਤੇ ਇੱਕ ਪਹੁੰਚਦੇ ਆ ਦੋਸਤੋ, ਨੰਬਰ ਤੁਹਾਡੀ ਟੀਵੀ ਦੀ ਸਕਰੀਨ ਤੇ ਫਲੈਸ਼ ਹੋ ਰਿਹਾ 905-790-9099। ਇੱਕ ਗੱਲ ਜ਼ਰੂਰ ਦੱਸਿਓ ਅੱਜ ਕਿ ਕੋਈ ਕੰਮ ਜਿਹੜਾ ਇੰਡੀਆ ਤੋਂ ਜਿਹੜਾ ਜੀ ਸਿਫਾਰਿਸ਼ ਤੋਂ ਬਗੈਰ ਹੁੰਦਾ ਹੈ ਜਾਂ ਪੈਸੇ ਤੋਂ ਬਗੈਰ ਹੁੰਦਾ, ਉਹ ਮੈਨੂੰ 2-4 ਜਿਹੜੇ ਨਾਂ ਜ਼ਰੂਰ ਬਣਾਇਓ ਤੇ ਦੇਖਦਾ ਕੋਈ ਕੰਮ ਹੈਗਾ ਇਦਾਂ ਦਾ ਮੰਗਾ। ਬਿਲਕੁਲ ਨਹੀਂ ਕਦੀ ਮੈਂ ਕਹਿੰਦਾ ਉੱਥੇ ਸਾਹ ਲੈਣ ਦੇ ਉੱਤੇ ਵੀ ਤੁਸੀਂ ਇਹ ਦੇਖੋ ਕਿ ਡਾਕਟਰ ਜਿਹੜਾ ਆ, ਡਾਕਟਰ ਨੂੰ ਰੱਬ ਦਾ ਰੂਪ ਦਿੱਤਾ ਗਿਆ ਆ। ਸੋ ਡਾਕਟਰ ਨੂੰ ਕਹਿੰਦੇ ਰੱਬ ਆ, ਪਰ ਉੱਥੇ ਦਾ ਸਿਸਟਮ ਇਦਾਂ ਦਾ ਆ ਕਿ ਇਨਸਾਨ ਦੀ ਡੈਥ ਹੋ ਜਾਂਦੀ ਆ ਪਰ ਉਹਨੂੰ ਫਿਰ ਵੀ ਜਿਹੜਾ ਵੈਂਟੀਲੇਸ਼ਨ ਦੇ ਉੱਤੇ ਲਾ ਕੇ ਰੱਖਦੇ ਆ 2-3 ਦਿਨ ਦੇ ਲਈ ਪੈਸਾ ਇਕੱਠਾ ਕਰਨ ਦੇ ਲਈ। ਸੋ 2-3 ਦਿਨ ਬਾਅਦ ਪਰਿਵਾਰਾਂ ਨੂੰ ਦੱਸਿਆ ਜਾਂਦਾ ਕਿ ਜਿਹੜੀ ਆ ਇਹਦੀ ਡੈਥ ਹੋ ਗਈ ਆ, ਪਰ ਜੇ ਤੁਸੀਂ ਉਹਦੀ ਪ੍ਰੋਪਰ ਕਿਤੇ ਆਟੋਪਸੀ ਕਰਾਉਨੇ ਆ, ਤੁਸੀਂ ਉਹਦੀ ਰਿਪੋਰਟ ਲੈਂਦੇ ਆ ਤੇ ਉਹ ਤੁਹਾਨੂੰ ਦੱਸਦੇ ਆ ਇਹ ਇਨਸਾਨ ਤਾਂ ਜਿਹੜਾ ਆ ਜੀ 2 ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕਾ ਆ। ਪਰ ਇਹ ਹੁਣ ਤੁਸੀਂ ਇਹ ਦੇਖੋ ਵੀ ਜਿੱਥੇ ਸਾਹ ਲੈਣ ਦੇ ਉੱਤੇ ਜਿਨ੍ਹਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਡਾਕਟਰ ਸਾਹਿਬਾਨ ਨੂੰ, ਉਹ ਵੀ ਜਿਹੜੇ ਆ ਆਪਣੇ ਪੇਸ਼ੇ ਦੇ ਪ੍ਰਤੀ ਵਫਾਦਾਰ ਨਹੀਂ ਹੈਗੇ। ਉਹ ਵੀ ਆਪਣੇ ਪੇਸ਼ੇ ਨੂੰ ਜਿਹੜਾ ਆ ਜੀ ਪੈਸੇ ਦੇ ਨਾਲ ਤੋਲਦੇ ਆ ਤੇ ਫਿਰ ਬਾਕੀ ਜਿਹੜੇ ਛੋਟੇ ਮੋਟੇ ਜਿਹੜੇ ਆ ਹੋਰ ਤੇ ਫਿਰ ਹਰ ਕੰਮ ਦੇ ਵਿੱਚ ਜਿਹੜਾ ਪੈਸਾ, ਰਿਸ਼ਵਤ ਜਿਹੜੀ ਆ, ਸਿਫਾਰਿਸ਼ ਜਿਹੜੀ ਆ ਉੱਥੇ ਚੱਲਦੀ ਆ। ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਦੇਖੋ ਪੁਲਿਸ ਦਾ ਕਦੀ ਜਿਹੜੀ ਪੁਲਿਸ ਦੀ ਫੁੱਲ ਫਾਰਮ ਆ ਨਾ, ਕੱਲੇ ਅੱਖਰ ਦੀ ਤੁਸੀਂ ਬਣਾ ਕੇ ਦੇਖਿਓ, ਦੇਖਣ ਨੂੰ ਸੁਣਨ ਨੂੰ ਬਹੁਤ ਵਧੀਆ ਲੱਗਦੀ ਆ। ਪਬਲਿਕ ਸਰਵੈਂਟ ਆਪਾਂ ਉਹਨਾਂ ਨੂੰ ਨਾਂ ਦਿੱਤਾ ਗਿਆ ਕਿ ਉਹ ਪਬਲਿਕ ਸਰਵੈਂਟ ਆ, ਕਿਉਂਕਿ ਜਿਹੜੇ ਸਮਾਜ ਦੇ ਵਿੱਚ ਜੇ ਕੋਈ ਗਲਤ ਅਨਸਰ ਆ ਉਹ ਆਪਣੀ ਪਾਵਰ ਨੂੰ ਯੂਜ਼ ਕਰਕੇ ਉਹਨੂੰ ਇੱਕ ਕੋਰਟ ਕਚਹਿਰੀ ਜਿਹੜੀ ਹੁੰਦੀ ਆ, ਕਹਿ ਲਓ ਵੀ ਪੰਚਾਇਤਾਂ ਜਿਹਨਾਂ ਨੂੰ ਕਹਿੰਦੇ, ਉਹਨਾਂ ਦੇ ਵਿੱਚ ਪੇਸ਼ ਕਰਦੇ ਆ। ਸੋ ਜਿੱਥੇ ਆਮ ਜਿਹੜੇ ਬੈਠੇ ਜੱਜ ਜਿਨ੍ਹਾਂ ਨੂੰ ਕਹਿ ਲਓ ਵੀ ਆਮ ਲੋਕਾਂ ਦੇ ਨਾਲੋਂ ਵੱਧ ਬੁੱਧੀਮਾਨ ਸਮਝਿਆ ਜਾਂਦਾ ਆ, ਸਿਆਣੇ ਸਮਝਿਆ ਜਾਂਦਾ ਆ, ਉਹ ਉਸ ਦੇ ਉੱਤੇ ਜਿਹੜੀ ਆਪਣੀ ਰਾਏ ਪੇਸ਼ ਕਰਦੇ ਆ। ਪਰ ਉੱਥੇ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਆ ਕਹਿ ਲਓ ਵੀ ਜਿੱਦਾਂ ਪੰਜਾਬੀ 'ਚ ਨਹੀਂ ਕਹਿੰਦੇ ਵੀ ਸਾਰੇ ਇੱਕ ਦੂਜੇ ਦੇ ਨਾਲ ਰਲੇ ਹੋਏ ਨੇ। ਸੋ ਸਾਰਾ ਕਹਿ ਲਓ ਵੀ ਪੂਰੇ ਦਾ ਪੂਰਾ ਜਿਹੜਾ ਢਾਂਚਾ ਹੀ ਉਹ ਪੂਰੇ ਦਾ ਪੂਰਾ ਜਿਹੜਾ ਵਿਗੜਿਆ ਹੋਇਆ ਆ। ਸੋ ਫਿਰ ਤੁਸੀਂ ਜਿਨ੍ਹਾਂ ਤੋਂ ਤੁਹਾਨੂੰ ਆਸ ਹੁੰਦੀ ਆ ਕਿ ਇਹ ਸਾਡਾ ਭਲਾ ਕਰਨਗੇ ਜਾਂ ਇਹ ਸਾਡੀ ਸੇਫਟੀ ਕਰਨਗੇ, ਸੋ ਉਹਨਾਂ ਨੂੰ ਉਹ ਵੀ ਜਦੋਂ ਸਾਡੇ ਅਗੇਂਸਟ ਹੁੰਦੇ ਆ ਜਾਂ ਉਹ ਵੀ ਸਿਸਟਮ ਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਆ, ਆਪਣਾ ਸਾਡੇ ਉੱਤੇ ਸਭ ਕੁਝ ਥੋਪਦੇ ਆ। ਹੁਣ ਤੁਸੀਂ ਇੱਕ ਪੁਲਿਸ ਅਫਸਰ ਆ ਜਿਹੜਾ ਪਬਲਿਕ ਸਰਵੈਂਟ ਜਿਹਨੂੰ ਐਲਾਨਿਆ ਗਿਆ ਆ, ਜਿਹਨੇ ਪਬਲਿਕ ਦੀ ਸੇਵਾ ਕਰਨੀ ਆ, ਪਰ ਉਹ ਖੁਦ ਜਿਹੜਾ ਆ ਪੁਲਿਸ ਅਫਸਰ 4-5 ਬਾਡੀਗਾਰਡ ਨਾਲ ਲੈ ਕੇ ਚੱਲ ਰਿਹਾ ਹੈ। ਸੋ ਉਹਨੇ ਆਪਣੀ ਸੇਫਟੀ ਕਰ ਰਿਹਾ ਜਾਂ ਉਹ ਕੀ ਪਬਲਿਕ ਦੀ ਜਿਹੜੀ ਆ ਜੀ ਉਹ ਸੇਵਾ ਕਰੂਗਾ? ਤੁਸੀਂ ਮੰਗਾ ਭਾਜੀ, ਜਿੱਥੇ ਅਸੀਂ ਪੁਲਿਸ ਅਫਸਰਾਂ ਦੀ ਗੱਲਬਾਤ ਕਰ ਰਹੇ ਹਾਂ ਉੱਥੇ ਹੀ ਅਗਰ ਅਸੀਂ ਸਾਡੇ ਗਾਇਕਾਂ ਦੀ ਗੱਲਬਾਤ ਕਰੀਏ, ਮੈਂ ਹੈਰਾਨ ਹਾਂ ਕਿ ਇੱਕ ਬੜਾ ਵਧੀਆ ਕਲਾਕਾਰ ਜਿਹਦਾ ਕੱਲ੍ਹ ਪਰਸੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਉਹ ਸਵੇਰੇ ਜੀ ਕਿਤੇ ਬਾਹਰ ਅੰਦਰ ਵੀ ਜਾ ਰਿਹਾ ਸੀ ਤਾਂ ਬਾਉਂਸਰ ਉਹਦੇ ਨਾਲ ਸੀ, ਇੱਕ ਬੱਚਾ ਕੁੱਟ ਦਿੱਤਾ ਜੀ ਉਹਨੇ ਸਵੇਰੇ 10-12 ਸਾਲ ਦਾ, ਤੇ ਫਿਰ ਪੁਲਿਸ ਕੇਸ ਬਣਿਆ। ਇਸ ਤਰ੍ਹਾਂ ਦੇ ਬੜੇ ਜਿਹੜੇ ਕੇਸ ਹੋਏ ਆ
कि कलाकार ਜਿਹੜਾ ਲੋਕਾਂ ਦਾ ਬਣਾਇਆ ਹੋਇਆ ਕਲਾਕਾਰ ਆ ਉਹਨੂੰ ਕਿੱਥੇ ਜੀ ਇਹਨਾਂ ਦੇ ਬਾਉਂਸਰਾਂ ਦੀ ਜ਼ਰੂਰਤ ਪੈ ਗਈ ਆ ਕਿ ਬਾਉਂਸਰਾਂ ਦੇ ਨਾਲ ਤੁਸੀਂ ਕੀ ਕਿਸੇ ਨੂੰ ਘੁਲਣ ਜਾਣਾ, ਕਿਸੇ ਨੂੰ ਕੁੱਟਣ ਜਾਣਾ ਆ, ਜਾਂ ਕੀ ਤੁਸੀਂ ਦੁਨੀਆ ਕੋਲੋਂ ਪਾ ਰਹੇ ਆ। ਗਾਇਕ ਕਲਾਕਾਰ ਲੋਕਾਂ ਦੇ ਦਿਲਾਂ ਵਿੱਚ ਵਸਦੇ ਸੀ। ਕਹਿੰਦੇ ਹੁੰਦੇ ਕਿ ਚੰਗਾ ਸੰਗੀਤ ਤੁਹਾਡੇ ਦਿਲ ਨੂੰ ਸਕੂਨ ਦਿੰਦਾ ਆ। ਤੇ ਅੱਜ ਕੱਲ੍ਹ ਦਾ ਜਿਹੜਾ ਮੈਨੂੰ ਲੱਗਦਾ ਕਿ ਇਹ ਮਾਰਕ ਕੌਣ ਵਧਿਆ ਆ। ਵੈਸੇ ਤਾਂ ਕੋਈ ਗੀਤ ਇੱਦਾਂ ਦਾ ਆਈ ਨਹੀਂ ਰਿਹਾ ਅੱਜ ਕੱਲ੍ਹ ਕਿ ਰੱਬ ਕੋਈ ਕਿਤੇ ਮਿਹਰਬਾਨੀ ਕਰੇ ਤਾਂ ਇੱਕ ਅੱਧਾ ਗੀਤ ਜਿਹੜਾ ਚੰਗੀ ਤਰ੍ਹਾਂ ਦਾ ਆਉਂਦਾ ਆ, ਨਹੀਂ ਤਾਂ ਜੀ ਕਿਸੇ ਨੇ ਬੰਦੂਕ ਚੱਕ ਲਈ, ਕਿਸੇ ਨੇ ਕੁਛ ਇੱਦਾਂ ਦਾ ਚੱਕ ਕੇ ਇਹੀ ਕੁਛ ਜਿਹੜਾ ਮੰਗਾ ਭਾਜੀ ਹੋ ਰਿਹਾ ਆ। ਪਰ ਟਾਈਮ ਇੱਕ ਛੋਟੀ ਜੀ ਬ੍ਰੇਕ ਦਾ ਆ। ਬ੍ਰੇਕ ਤੋਂ ਪਹਿਲਾਂ ਜੀ ਇੱਕ ਗੱਲ ਜਿਹੜੀ ਜਾਣ ਤੋਂ ਪਹਿਲਾਂ ਮੈਂ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਆ ਮੰਗਾ ਭਾਜੀ ਕਿ ਅਮਰੀਕਾ ਦੇ ਕਾਫੀ ਸਾਰੀਆਂ ਜਿਹੜੀਆਂ ਪਾਬੰਦੀਆਂ ਦੇ ਬਾਵਜੂਦ ਵੀ COVID-19 ਦੇ ਕੇਸ ਜਿਹੜੇ ਵਧਣੋਂ ਨਹੀਂ ਹਟ ਰਹੇ। ਕਾਫੀ ਸਾਰੇ ਕੇਸ ਜਿਹੜੇ ਆ ਉਹ ਵੱਧ ਰਹੇ ਆ। ਪਰ ਬ੍ਰੇਕ ਤੋਂ ਬਾਅਦ ਸਤਪਾਲ ਸਿੰਘ ਜੌਲ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਫੁੱਲ ਫਲੈਸ਼, ਜਿਹੜੀ ਕੈਨੇਡਾ ਦੀ ਪੂਰੀ ਜਿਹੜੀਆਂ ਨਿਊਜ਼ ਆ ਉਹਨਾਂ ਤੇ ਇੱਕ ਝਾਤ ਮਾਰਾਂਗੇ। ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ। ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। ਨਜ਼ਰ ਮੇਲੇ ਵਿੱਚ ਨਾ ਲੱਗ ਜਾਵੇ, ਸੁਰਮਾ ਅੱਖ ਵਿੱਚ ਪਾ ਕੇ ਜਾਵਾਂ, ਸਾਵਣ ਦਾ ਮੀਂਹ ਸ਼ਮ ਸ਼ਮ ਵਰਦਾ, ਮੈਂ ਲੱਖ ਲੱਖ ਸ਼ਗਨ ਮਨਾਵਾਂ, ਤੀਆਂ ਦੇ ਮੇਲੇ ਵਿੱਚ ਜਾ ਕੇ ਗਿੱਧੇ ਦੇ ਵਿੱਚ ਧਮਾਲਾਂ ਪਾਵਾਂ। आओ मनाइए तीयां सौण दियां विजन पंजाब टीवी दे नाल। 19 जुलाई तो हरेक ऐतवार तुसी देख सकते हो जी तीयां दा स्पैशल प्रोग्राम पूरा सौण महीने असी लैके आवांगे। 7 ਵਜੇ ਸ਼ਾਮ ਨੂੰ ਸੈਂਟਰਲ ਸਟੈਂਡਰਡ ਟਾਈਮ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੈਗੇ ਹੋ, ਸਿਰਫ ਤੇ ਸਿਰਫ ਵਿਜ਼ਨ ਪੰਜਾਬ ਟੀਵੀ ਦੇ ਉੱਤੇ। ਬਿਲਕੁਲ ਜੀ। ਤੇ ਇਸ ਤੋਂ ਇਲਾਵਾ ਤੁਸੀਂ ਖੁਦ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਪੂਰਾ ਕਲਚਰਲ ਪਹਿਰਾਵਾ ਪਾ ਕੇ, ਸੋਹਣੇ ਗਹਿਣੇ ਗੱਟੇ ਪਾ ਕੇ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਸਾਨੂੰ ਭੇਜ ਸਕਦੇ ਹੋ, ਜਿਹਦੇ ਭੇਜਣ ਦੀ ਲਾਸਟ ਤਰੀਕ ਹੈਗੀ ਆ ਜੀ 5 ਅਗਸਤ। ਔਰ ਇਹਨਾਂ ਦੇ ਵਿੱਚੋਂ ਹੀ 3 ਚੁਣੇ ਹੋਈਆਂ ਐਂਟਰੀਜ਼ ਨੂੰ ਮਿਲੇਗਾ ਜੀ ਇੱਕ ਸ਼ਾਨਦਾਰ ਪ੍ਰਾਈਜ਼ ਵਿਜ਼ਨ ਪੰਜਾਬ ਟੀਵੀ ਵੱਲੋਂ। ਆਓ ਮਨਾਈਏ ਤੀਆਂ ਸੌਣ ਦੀਆਂ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ सोमवार तो शुक्रवार तक देखना ना भुलना खबरां दी खबर। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं बल्कि क्ले ओवन ईस्ट इंडियन रेस्टोरेंट सर्व्स यू ऑन 3 लोकेशंस। For memorable food and exceptional value, you can contact us at, you can also mail us at ਸੁਖਬੀਰ ਦੇ ਪੈਸਿਆਂ ਵਾਲੇ ਟਰੱਕ। ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ।
ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਈ ਤਾਂ ਉਦੋਂ ਵੀ ਜਾਖੜ ਸਾਹਿਬ ਨੇ ਬਹੁਤ ਭਖਵੇਂ ਮੁੱਦੇ ਜਿਹੜੇ ਗੱਲ ਕੀਤੀ ਸੀ। ਕਾਂਗਰਸ ਸਰਕਾਰ ਨੇ ਪੰਜਾਬ ਨੂੰ ਇਹਨਾਂ 2.5-3 ਸਾਲਾਂ ਵਿੱਚ ਕੁਝ ਦਿੱਤਾ ਵੀ ਹੈ ਜਾਂ ਨਹੀਂ? ਟਰੰਪ ਤੇ ਮੋਦੀ 'ਚ ਬਹੁਤ ਜ਼ਿਆਦਾ ਉਸ ਲੈਵਲ ਤੇ ਵਖਰੇਵਾਂ ਨਹੀਂ, ਉਹ ਵੀ ਨਸਲੀ ਹੈ। ਹਰ ਉਹ ਮੁੱਦਾ ਜੋ ਤੁਹਾਡੇ ਸਾਡੇ ਨਾਲ ਰੱਖਦਾ ਹੈ ਸੰਬੰਧ, ਮਾਹਿਰਾਂ ਦੀ ਟੀਮ ਕਰਦੀ ਹੈ ਫਿਰ ਹਰ ਮੁੱਦੇ ਤੇ ਚਰਚਾ। ਵੇਖੋ ਪ੍ਰੋਗਰਾਮ ਚਰਚਾ ਦਾ ਮੁੱਦਾ ਵਿਜ਼ਨ ਪੰਜਾਬ ਟੀਵੀ ਉੱਤੇ। For the beautiful you, Jao Renu, Hair Salon and Spa. जिथे मिलेगा तुहानू लेजर हेयर रिमूवल एंड IPL फोटो फेशियल, जिस दे नाल रिमूव हो सकते ने परमानेंट स्किन टैग्स एंड पिगमेंटेशन। For more information, contact 204-233-3146. ਇੱਕ ਵਾਰੀ ਫਿਰ ਸਵਾਗਤ ਹੈ ਜੀ ਆਪ ਦਾ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ, ਜੋ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼ ਹੈ, ਜਿਸ ਨੂੰ ਤੁਸੀਂ ਆਪਣੇ ਟੀਵੀ ਦੇ ਉੱਪਰ ਮਾਣ ਰਹੇ ਹੋ। ਸਾਡੇ ਨਾਲ ਇਸ ਵੇਲੇ ਲਾਈਵ ਤੇ ਨਾਲ ਦੀ ਨਾਲ ਪ੍ਰੋਗਰਾਮ ਸਾਰੇ ਦੇ ਸਾਰੇ ਜਿਹੜੇ ਆ ਜੀ ਫੇਸਬੁੱਕ ਦੇ ਉੱਪਰ ਵੀ ਲਾਈਵ ਜਿਹੜੇ ਆ ਕਰ ਦਿੱਤੇ ਜਾਂਦੇ ਨੇ। ਵਿਜ਼ਨ ਪੰਜਾਬ ਟੀਵੀ ਦੇ ਆਪਣੇ ਪੇਜ ਦੇ ਉੱਪਰ, ਨਰਿੰਦਰ ਜਸਵਾਲ ਮੇਰੇ ਪੇਜ ਦੇ ਉੱਪਰ ਜਾਂ ਅਕਾਊਂਟ ਤੇ ਕਹ ਲਓ, ਟੋਨੀ ਜੌਲ ਉਹਨਾਂ ਦੇ, ਜਿੰਨੀ ਵੀ ਸਾਡੀ ਟੀਮ ਦੇ ਮੈਂਬਰ ਆ, ਸੋ ਸਾਰਿਆਂ ਦੇ ਹੀ ਪ੍ਰੋਗਰਾਮ ਜਿਹੜੇ ਆ ਜੀ ਇਹ ਅਸੀਂ ਲਾਈਵ ਕਰ ਦਿੰਦੇ ਆ ਤੇ ਕੋਸ਼ਿਸ਼ ਕਰੀਦੀ ਆ ਕਿ ਜਦੋਂ ਤੁਸੀਂ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਹੋ ਤੇ ਅਸੀਂ ਤੁਹਾਨੂੰ ਵੀ ਪ੍ਰੋਗਰਾਮ ਦੇ ਕੋ-ਹੋਸਟ ਦੀ ਤਰ੍ਹਾਂ ਪੇਸ਼ ਕਰਦੇ ਹਾਂ। ਕਿਉਂਕਿ ਕੋ-ਹੋਸਟ ਦਾ ਮਤਲਬ ਕਿ ਤੁਹਾਡੇ ਫੇਸਬੁੱਕ ਦੇ ਉੱਪਰ ਵੀ ਤੁਹਾਡੇ ਵੱਲੋਂ ਤੁਹਾਡੇ ਜਿੰਨੇ ਵੀ ਫਰੈਂਡ ਸਰਕਲਸ ਨੇ, ਜਿੰਨਾ ਵੀ ਤੁਹਾਡੀ ਫਰੈਂਡ ਐਡ ਨੇ ਤੁਹਾਡੇ ਅਕਾਊਂਟ ਦੇ ਵਿੱਚ, ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਜਿਹੜਾ ਆ ਇਹ ਤੁਸੀਂ ਐਜ਼ ਏ ਹੋਸਟ ਜਿਹੜਾ ਆ ਜੀ ਉਹ ਸ਼ੇਅਰ ਕਰਦੇ ਹੋ। ਬੇਸ਼ੱਕ ਕਿ ਤੁਸੀਂ ਉਸ ਦੇ ਵਿੱਚ ਕੋਈ ਜਿਹੜੀ ਆ ਕੋਈ ਬੋਲਦੇ ਨਹੀਂ, ਕੁਛ ਨਹੀਂ, ਪਰ ਪ੍ਰੋਗਰਾਮ ਦੇ ਰਿਪਰੈਜ਼ੈਂਟਡ ਜਿਹੜੇ ਆ ਤੁਸੀਂ ਬਣ ਜਾਂਦੇ ਹੋ। ਪ੍ਰੈਜ਼ੈਂਟ ਤੁਹਾਡੇ ਵੱਲੋਂ ਜਿਹੜਾ ਆ ਜੀ ਉਹ ਪ੍ਰੋਗਰਾਮ ਕਰ ਦਿੱਤਾ ਜਾਂਦਾ ਆ। ਕਿਉਂਕਿ ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਕਾਫੀ ਜਿਹੜੀਆਂ ਆ ਉਹ ਚੇਂਜਸ ਜਿਹੜੀਆਂ ਆ ਉਹ ਆ ਰਹੀਆਂ, ਚੱਲ ਰਹੀਆਂ ਨੇ। ਉਹਨਾਂ ਸਾਰੀਆਂ ਨੂੰ ਵੀ ਆਪਾਂ ਇੱਕ ਜਿਹੜੀ ਆ ਉਹ ਲੈ ਕੇ ਉਹਨਾਂ ਦੇ ਉੱਤੇ ਝਾਤ ਮਾਰਨੀ ਆ। ਆਪਾਂ ਹਮੇਸ਼ਾ ਹੀ ਜਦੋਂ ਕੋਈ ਵੀ ਅਪਡੇਟ ਜਿਹੜੀ ਆ ਉਹ ਲੈਂਦੇ ਆ ਪ੍ਰੋਗਰਾਮ ਦੇ ਵਿੱਚ, ਜਾਂ ਕੋਈ ਨਿਊਜ਼ ਜਾਂ ਜਾਣੀ ਕਿ ਗੌਰਮੈਂਟਸ ਕੀ ਕਰ ਰਹੀਆਂ ਨੇ, ਸਤਪਾਲ ਜੌਲ ਹੋਣਾ ਦੇ ਨਾਲ ਜਿਹੜੀ ਆ ਆਪਾਂ ਹਮੇਸ਼ਾ ਗੱਲਬਾਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਪਹਿਲਾਂ ਆਓ ਫਿਰ ਇੱਕ ਵਾਰੀ ਸਾਂਝ ਟੋਨੀ ਜੌਲ ਹੋਣਾ ਦੇ ਨਾਲ ਪਾ ਕੇ ਤੇ ਫਿਰ ਆਪਾਂ ਜਿਹੜਾ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਸਤਪਾਲ ਜੌਲ ਹੋਣਾ ਨੂੰ ਜਿਹੜਾ ਆ ਫੋਨ ਕਨੈਕਟ ਕਰੀਏ। ਤੇ ਇੱਕ ਵਾਰੀ ਫਿਰ ਸਵਾਗਤ ਹੈ ਜੌਲ ਸਾਹਿਬ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜਸਵਾਲ ਸਾਹਿਬ। ਔਰ ਬਿਲਕੁਲ ਜੀ, ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਸੈਕੰਡ ਹਾਫ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਤਪਾਲ ਸਿੰਘ ਜੌਲ ਹੋਣਾ ਦੇ ਨਾਲ। ਔਰ ਨਾਲ ਹੀ ਜਿੱਥੇ ਜੀ ਕੋਵਿਡ-19 ਦੇ ਵਿੱਚ ਬਹੁਤ ਸਾਰੇ ਭੈਣ ਭਰਾ ਇੰਡੀਆ ਪੰਜਾਬ ਦੇ ਵਿੱਚ ਜਾ ਕੇ ਫਸੇ ਹੋਏ ਸੀਗੇ। ਸਾਡੀ ਆਪਣੀ ਫੈਮਿਲੀ, ਸਾਡੀ ਆਪਣੀ ਟੀਮ ਦੇ ਮੈਂਬਰ ਰਾਜਵੀਰ ਬੋਪਾ ਰਾਏ ਸਾਹਿਬ, ਉਹ ਵੀ ਜਿਹੜੇ ਜੀ ਇੰਡੀਆ ਦੀ ਫੇਰੀ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਆਏ ਆ ਤੇ ਕਾਫੀ ਦਿਨ ਜਿਹੜਾ ਜੀ ਪ੍ਰਕਾਸ਼ਨ ਰੱਖਣ ਤੋਂ ਬਾਅਦ ਜਿਹੜਾ ਫੁੱਲ ਫਲੈਸ਼ ਦੁਆਰਾ ਰੇਡੀਓ ਪ੍ਰੋਗਰਾਮ ਤੇ ਟੀਵੀ ਪ੍ਰੋਗਰਾਮ ਤੇ ਜਿਹੜੇ ਜੀ ਆ ਗਏ। ਤੇ ਅੱਜ ਸਬਬ ਦੇ ਨਾਲ ਸਾਡੇ ਜਿੱਦਾਂ ਮੈਂ ਕਹਿੰਦਾ ਜੀ ਵਿਜ਼ਨ ਪੰਜਾਬ ਦੇ ਵਿਹੜੇ ਵਿੱਚ ਵੀ ਉਹ ਵਧਾਰੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਜੀ ਰਾਜਵੀਰ ਬੋਪਾ ਰਾਏ ਉਹਨਾਂ ਨੂੰ ਵੀ ਤੁਸੀਂ ਜਿਹੜਾ ਸਾਡੇ ਨਾਲ ਟੀਮ ਦੇ ਜਿਹੜਾ ਮਾਣਿਆ ਕਰੋਗੇ। ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਅਸੀਂ ਉਲੀਕਾਂਗੇ ਰਾਜਵੀਰ ਬੋਪਾ ਰਾਏ ਸਾਹਿਬ ਦੇ ਨਾਲ ਵੀ। ਤੇ ਗੱਲਬਾਤ ਕਰਦੇ ਹਾਂ ਜੀ ਹੁਣ ਸਤਪਾਲ ਸਿੰਘ ਜੌਲ ਹੋਣਾ ਦੇ ਨਾਲ ਤੇ ਅਗਲੀਆਂ ਗੱਲਾਂ ਬਾਤਾਂ ਉਸ ਤੋਂ ਬਾਅਦ ਕਰਾਂਗੇ। ਜੌਲ ਸਾਹਿਬ, ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ ਮੰਗਾ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ, ਟੋਨੀ ਜੀ ਆਪ ਜੀ ਨੂੰ ਵੀ। ਜੌਲ ਸਾਹਿਬ, ਕੀ ਸਿਚੁਏਸ਼ਨ ਕੀ ਆ ਜੀ, ਕੀ ਹੋ ਰਿਹਾ ਨਵਾਂ ਅੱਜ ਕੱਲ੍ਹ? ਬਾਕੀ ਦੇਖੋ ਅੱਜ ਕੱਲ ਖਾਸ ਤੌਰ ਤੇ ਜੇ ਬਰੈਂਪਟਨ ਦੀ ਇਹੀ ਗੱਲ ਕਰਨੀ ਹੋਵੇ ਤੇ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਸਟੇਬਲ ਹੈ ਉਹ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਹੈ ਉਹ ਚੱਲ ਰਹੀ ਸੀ। ਪਰ ਲੇਕਿਨ ਪਿਛਲੇ 3 ਦਿਨਾਂ ਤੋਂ ਥੋੜਾ ਜਿਹਾ ਵਰਿਸ਼ਮ ਸਿਚੁਏਸ਼ਨ ਹੈ ਵੀ ਮੰਗਾ ਜੀ 3 ਹਫ਼ਤੇ ਤੱਕ ਨਾ ਕਿਸੇ ਵੀ ਨਵੀਂ ਹੋਰ ਡੈਥ ਦੀ ਖਬਰ ਜਿਹੜੀ ਉਹ ਨਹੀਂ ਸੀ ਆਈ। ਸੋ ਜਿਹੜਾ ਡੈਥ ਵਾਲਾ ਅੰਕੜਾ ਆ ਨੰਬਰ ਦਾ ਵੀ ਉਹ 87 ਤੇ ਜਾ ਕੇ ਅਟਕ ਗਏ ਸੀਗੇ। ਪਰ
ਕਿ ਪਰਸੋਂ ਕੱਲ ਤੇ ਅੱਜ ਲਗਾਤਾਰਤਾ ਦੇ ਨਾਲ ਜਿਹੜੀਆਂ 3 ਮੌਤਾਂ ਦੇ ਬਾਰੇ ਪਤਾ ਲੱਗ ਰਿਹਾ ਵੀ ਡੇਲੀ ਇੱਕ ਪੇਸ਼ੈਂਟ ਦੀ ਜਿਹੜੀ ਜਾਨ ਜਾ ਰਹੀ ਆ। ਸੋ ਹੁਣ ਦਾ ਅੰਕੜਾ ਜਿਹੜਾ ਕਿ 90 ਤੇ ਆ ਖਲੋਤਾ। ਸੋ ਇਸ ਤਰੀਕੇ ਨਾਲ ਤੇ ਇਹ ਚਿੰਤਾ ਵਾਲੀ ਗੱਲ ਹੈ। ਦੂਸਰਾ ਇਹ ਹੈ ਜੀ ਕਿ ਜਿਹੜਾ ਥੋੜੀ ਜਿਹੀ ਤਾਦਾਦ ਹੈ ਬਰੈਂਪਟਨ ਦੇ ਵਿੱਚ, ਇਹ ਪਿਛਲੇ ਦਿਨਾਂ ਤੋਂ ਜਿਹੜੇ ਪੋਜ਼ਿਟਿਵ ਕੇਸਿਸ ਦੀ ਵੱਧ ਰਹੀ ਆ। ਜੇ ਪਰਸੋਂ 266 ਸੀ, ਕੱਲ 270 ਸੀ ਤੇ ਅੱਜ ਉਹ ਜਿਹੜੇ ਵੱਧ ਕੇ 276 ਹੋ ਗਏ। ਸੋ ਇਸ ਨਾਲ ਆਪਾਂ ਚਾਹੁੰਦੇ ਸੀਗੇ ਜਿਹੜਾ ਜੀ ਪਿਛਲੇ ਦਿਨਾਂ ਤੋਂ ਟ੍ਰੈਂਡ ਸੀਗਾ ਕਿ ਬਰੈਂਪਟਨ ਦੇ ਵਿੱਚ 240 230 ਦੇ ਆਸ-ਪਾਸ ਵੀ ਜਿਹੜਾ ਇਹ ਅੰਕੜਾ ਪਹੁੰਚ ਗਿਆ ਸੀਗਾ ਕਿ ਉੱਥੇ ਰਹਿਣਾ ਚਾਹੀਦਾ ਸੀਗਾ। ਇਹਦੇ ਨਾਲ ਹੀ ਥੋੜ੍ਹਾ ਜਿਹਾ ਬੜੀ ਸਮ ਇਹ ਵੀ ਆ ਕਿ ਬਈ ਮਿਸਿਸਾਗਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਸਾਡੇ ਨਾਲ ਲੱਗਦੇ ਚਲੋ ਕਿ ਟਾਊਨ ਹੈ ਕਿ ਉੱਥੇ ਬਿਲਕੁਲ ਸਿਚੁਏਸ਼ਨ ਜਿਹੜੀ ਸਟੇਬਲ ਚੱਲ ਰਹੀ ਹੈ। ਮਿਸਿਸਾਗਾ ਦੇ ਵਿੱਚ ਤਾਂ ਪੋਜ਼ਿਟਿਵ ਕੇਸਿਸ ਦੇ ਜਿਹੜੇ ਨੰਬਰ ਦਾ ਭਾਵੇਂ ਕਿ ਪਾਪੂਲੇਸ਼ਨ ਬਰੈਂਪਟਨ ਤੋਂ ਵੱਧ ਹੈ ਪਰ ਉਹ 100 ਤੋਂ ਵੀ ਥੱਲੇ ਜਾ ਚੁੱਕੀ ਆ। ਅੱਜ 94 ਉੱਥੇ ਪੋਜ਼ਿਟਿਵ ਕੇਸਿਸ ਰਹਿ ਗਏ ਆ ਮਿਸਿਸਾਗਾ ਦੇ ਵਿੱਚ। ਇੱਦਾਂ ਹੀ ਕੈਨੇਡਾ ਦੇ ਵਿੱਚ ਜੀ ਕਿ ਹੁਣ ਸਿਰਫ 7 ਕੇਸਿਸ ਬਚ ਗਿਆ। ਸੋ ਉਹਨਾਂ ਸ਼ਹਿਰਾਂ ਦੇ ਵਿੱਚ ਦੇਖੋ ਪਿਛਲੇ ਸਾਲ ਤੋਂ ਕੋਈ ਡੈਥ ਜਿਹੜੀ ਰਿਪੋਰਟ ਨਹੀਂ ਹੋਈ, ਲੇਕਿਨ ਕਿ ਬਰੈਂਪਟਨ ਦੇ ਵਿੱਚ ਜਿਹੜੀ ਸਿਚੁਏਸ਼ਨ ਇਸ ਤਰ੍ਹਾਂ ਦੀ ਕਿਤੇ ਬਣ ਰਹੀ ਹੈ। ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਲੱਗ ਰਿਹਾ ਜੀ ਕਿ ਆਉਣ ਵਾਲੇ ਵੀਕਐਂਡ ਤੱਕ ਜੇ ਕੋਈ ਬੈਟਰ ਨਿਊਜ਼ ਆਉਣੀਆਂ ਸ਼ੁਰੂ ਹੋ ਜਾਣ। ਸੋ ਦੂਸਰੇ ਪਾਸੇ ਇਹ ਹੈ ਕਿ ਓਨਟਾਰੀਓ ਦੇ ਵਿੱਚ ਜਿਹੜਾ ਇਹ ਆਪਾਂ ਦੇਖ ਰਹੇ ਸੀ ਕਿ ਐਮਰਜੈਂਸੀ ਆਰਡਰ ਹੈ ਉਸ ਨੂੰ ਵੀ ਸਿਚੁਏਸ਼ਨ ਦੇ ਲਿਹਾਜ਼ ਦੇ ਨਾਲ ਅੱਜ ਭਾਵੇਂ ਕਿ ਸਾਊਥਰਨ ਓਨਟਾਰੀਓ ਦੇ ਵਿੱਚ ਵਿੰਟਰ ਏਰੀਆ ਦੇ ਵਿੱਚ ਲੀਮਿੰਗਟਨ 'ਚ ਓਨਟਾਰੀਓ ਦੇ ਆਪਣੇ ਪ੍ਰੀਮੀਅਰ ਡਗਫੋਰਡ ਜਾ ਕੇ ਵਿਚਰੇ ਆ। ਉੱਥੇ ਜਾ ਕੇ ਉਹਨਾਂ ਨੇ ਮੰਗਾਂ ਦੀ ਵਾਲ ਵੀ ਘਟਾਏ ਆ ਕਈ ਮਹੀਨਿਆਂ ਤੋਂ ਬਾਅਦ। ਤੇ ਦੂਸਰਾ ਇਹ ਹੈ ਜੀ ਕਿ ਉੱਥੇ ਕਿਉਂਕਿ ਤੁਹਾਨੂੰ ਪਤਾ ਕਾਫੀ ਵਰਸ ਅਫੈਕਟਡ ਪਿਛਲੇ ਸਮੇਂ ਤੋਂ ਉਹ ਏਰੀਆ, ਉੱਥੇ ਕੁਝ ਜਿਹੜੇ ਫਾਰਮ ਵਰਕਰਸ ਨੇ ਉਹਨਾਂ ਦੀਆਂ ਡੈਥ ਵੀ ਹੋਈਆਂ ਸੀਗੀਆਂ। ਸੋ ਇੱਕ ਜਿਹੜੇ ਰਿਮੋਟ ਏਰੀਆ ਦਾ ਜੀ ਕੋਈ ਜ਼ਿਆਦਾ ਉੱਥੋਂ ਜਿਹੜੇ ਪੋਜ਼ੀਟਿਵ ਕੇਸ ਪਿਛਲੇ ਸਮੇਂ ਦੇ ਵਿੱਚ ਆਉਂਦੇ ਰਹੇ ਆ। ਸੋ ਉਹਨਾਂ ਕਰਕੇ ਇਹ ਹੈ ਜੀ ਕਿ ਇਹ ਫੇਜ਼ 3 ਵੀ ਜਿਹੜਾ ਤੁਹਾਨੂੰ ਪਤਾ ਵੀ ਹੁਣ ਕੱਲ੍ਹ ਤੋਂ ਇੱਥੇ ਸਾਊਥਰਨ ਓਨਟਾਰੀਓ ਦੇ ਵਿੱਚ ਇਹ ਆ ਰਿਹਾ ਜਿਹਦੇ ਵਿੱਚ ਕਿ ਆਪਾਂ ਹਜੇ ਪੀਰ ਰੀਜਨ ਤੇ ਟੋਰਾਂਟੋ ਏਰੀਆ, ਨਿਆਗਰਾ ਫਾਲਸ ਵੀ ਇਹ ਜਿਹੜੇ ਜ਼ਿਆਦਾ ਆਬਾਦੀ ਵਾਲੇ ਏਰੀਆ ਹੈਗੇ ਉਹਦੇ ਵਿੱਚ ਵੀ ਸ਼ਾਮਲ ਨਹੀਂ ਹੋਣਗੇ। ਸੋ ਫਿਰ 2 ਦੇ ਵੱਲ ਜਿਸ ਤਰ੍ਹਾਂ ਕਿ ਪਹਿਲਾਂ ਉਹ ਰਿਮੋਟ ਏਰੀਆ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਸੋ ਲੱਗਦਾ ਕਿ ਜੇ ਉੱਥੋਂ ਠੀਕ ਨੰਬਰ ਦਾ ਜਿਹੜੇ ਹਫ਼ਤਾ 10 ਦਿਨ ਆਉਂਦੇ ਰਹੇ ਫੇਜ਼ 3 ਦੇ ਵਿੱਚ ਜਿਹਦੇ ਵਿੱਚ ਲਗਭਗ ਸਾਰਾ ਕੁਝ ਹੀ ਫਿਰ ਖੁੱਲ੍ਹ ਜਾਣਾ। ਉਹਦੇ ਲਿਹਾਜ਼ ਨਾਲ ਫਿਰ ਲੱਗ ਰਿਹਾ ਜੀ ਕਿ ਹੁਣ ਬਹੁਤ ਦੂਰ ਨਹੀਂ ਰਹਿ ਗਿਆ ਕਿ ਅਸੀਂ ਵੀ ਫੇਜ਼ 3 ਦੇ ਵਿੱਚ ਜਾ ਸਕਾਂਗੇ। ਪਰ ਜਿਹੜੇ ਨੰਬਰ ਦਾ ਉਹ ਸਟੇਬਲ ਰਹਿਣੇ ਬਹੁਤ ਜ਼ਰੂਰੀ ਆ। ਸੋ ਜਿਸ ਕਰਕੇ ਬਰੈਂਪਟਨ ਦਾ ਜਿਹੜਾ ਟ੍ਰੈਂਡ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਇਹ ਇੱਕ ਵਾਰ ਫੇਰ ਪੋਜ਼ਿਟਿਵਲੀ ਚੇਂਜ ਹੋਣਾ ਬਹੁਤ ਜ਼ਰੂਰੀ ਹੈ। ਜੌਲ ਸਾਹਿਬ ਕੋਈ ਜਿਹੜੀ ਇਹ ਕਹਿ ਲਓ ਵੀ ਇਹਨਾਂ ਨੇ ਕੋਈ ਡੇਟ ਵੀ ਜਿਹੜੀ ਆ ਕੋਈ ਰਫਲੀ ਅਨਾਊਂਸ ਕੀਤੀ ਆ ਕਿ ਜੇ ਸਾਰਾ ਕੁਝ ਠੀਕ ਰਿਹਾ ਤੇ ਇਸ ਡੇਟ ਤੋਂ ਫਿਰ ਜਿਹੜੀ ਆ ਜ਼ਿੰਦਗੀ ਥੋੜੀ ਨਾਰਮਲ ਹੋ ਜਾਏਗੀ? ਦੇਖੋ ਜਿਹੜੀ ਇੱਕ ਤਾਂ ਡੇਟ ਇਹਨਾਂ ਨੇ ਅਨਾਊਂਸ ਕੀਤੀ ਹੋਈ ਹੈ ਮੰਗਾ ਜੀ ਉਹ ਹੈਗੀ ਆ ਕੋਈ ਫਰਾਈਡੇ ਜਿਹੜਾ ਕਿ ਕੱਲ 17 ਜੁਲਾਈ ਆ ਕਿ ਉਸ ਤੋਂ ਜਿਹੜਾ ਫੇਜ਼ 3 ਆ ਇਹ ਓਨਟਾਰੀਓ ਦੇ ਆਊਟਸਕਰਟਸ ਏਰੀਆਜ਼ ਦੇ ਵਿੱਚ ਇਹ ਇੱਕ ਤਰੀਕੇ ਨਾਲ ਇੰਪਲੀਮੈਂਟ ਕਰ ਦਿੱਤਾ ਜਾਣਾ, ਜਿਹਦੇ ਵਿੱਚ ਕਿ ਇਹ ਸਾਊਥਰਨ ਓਨਟਾਰੀਓ ਵਿੱਚ ਗੋਲਡਨ ਹਾਰਸ ਸ਼ੋ ਦੇ ਵਿੱਚ ਜਿੰਨੇ ਵੀ ਇਹ ਬਹੁਤ ਹੀ ਪਾਪੂਲੇਸ਼ਨ ਵਾਲੇ ਏਰੀਆਜ਼ ਹੈਗੇ ਆ ਜਿਹਦੇ ਵਿੱਚ ਕਿ ਯਾਰਕ ਰੀਜਨ ਵੀ ਹੈ, ਟੋਰਾਂਟੋ ਵੀ ਹੈ, ਡੁਰਮ ਵੀ ਆ, ਆਪਣਾ ਪੀਲ ਰੀਜਨ ਵੀ ਆ, ਮਿਸਿਸਾਗਾ, ਬਰੈਂਪਟਨ, ਕੈਨੇਟਨ, ਸੋ ਹੈਮਿਲਟਨ, ਉਧਰ ਨਾਇਆਗਰਾ, ਵਿੰਚਰ। ਸੋ ਉਹ ਸਾਰੇ ਏਰੀਆ ਵਿੱਚ ਛੱਡ ਕੇ ਨਾ ਜਿਹੜੇ ਆਮ ਪੇਂਡੂ ਖੇਤਰ ਨੇ ਜਾਂ ਚਲੋ ਕਿ ਨਾਰਥ ਦੇ ਵਿੱਚ, ਸੋ ਉਹਨਾਂ ਇਲਾਕਿਆਂ ਦੇ ਵਿੱਚ ਇਹ ਫੇਜ਼ 3 ਜਿਹੜਾ ਇੰਪਲੀਮੈਂਟ ਹੋ ਜਾਣਾ। ਫਿਰ ਜਿਸ ਤਰੀਕੇ ਦੇ ਨਾਲ ਵੀ ਉੱਥੇ ਜੇ ਸਭ ਕੁਝ ਠੀਕ ਠਾਕ ਚੱਲਦਾ ਰਹੇ ਤੇ ਹਫ਼ਤਾ 10 ਦਿਨਾਂ ਤੋਂ ਬਾਅਦ ਮੈਡੀਕਲ ਐਕਸਪਰਟਸ ਦੀ ਐਡਵਾਈਸ ਦੇ ਨਾਲ ਫਿਰ ਗਵਰਨਮੈਂਟ ਜਿਹੜੀ ਅਨਾਊਂਸ ਕਰਦੀ ਹੁੰਦੀ ਹੈ ਹੁਣ ਆਪਾਂ ਕਿੱਧਰ ਨੂੰ ਜਾਣਾ। ਸੋ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਵੀ ਟਿਲ ਐਂਡ ਆਫ ਜੁਲਾਈ ਜਿਹੜਾ ਫੇਜ਼ 3 ਆ ਉਹ ਜੇ ਸਭ ਕੁਝ ਠੀਕ ਠਾਕ ਰਿਹਾ ਤੇ ਆਪਣੇ ਇਸ ਏਰੀਆ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਊਗਾ। ਚਲੋ ਜੀ, ਅਸੀਂ ਤੇ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਵਾਕਿਆ ਹੀ ਜਿਹੜਾ ਹੈ ਜੀ ਇਹ ਖੁੱਲੇ। ਪਰ ਬਾਰਡਰ ਦੀ ਕੋਈ ਨਿਊਜ਼ ਹੈ ਕਿ ਬਾਰਡਰ ਖੁੱਲਣ ਦੇ ਕੋਈ ਅਸਾਰ ਹੈ ਜੀ? ਨਹੀਂ ਜੀ, ਅੱਜ ਸਗੋਂ ਇਹ ਫਰਮ ਹੋ ਗਿਆ ਜਿਹੜਾ ਪਿਛਲੇ ਦਿਨਾਂ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ, ਚੱਲ ਰਹੀ ਸੀ ਗੱਲ ਕਿ 21 ਜੁਲਾਈ ਤੋਂ ਬਾਅਦ ਜਿਹੜਾ ਬਾਰਡਰ ਖੁੱਲ੍ਹ ਜਾਊਗਾ ਕਿ ਜਾਂ ਬੰਦ ਰਹਿਣਾ ਚਾਹੀਦਾ। ਕੈਨੇਡੀਅਨ ਵੱਡੀ ਤਾਦਾਦ ਦੇ ਵਿੱਚ ਇਹੀ ਕਹਿ ਰਹੇ ਸੀ ਕਿ ਨਹੀਂ ਜੀ ਵੀ ਇਹ ਜਿਹੜਾ ਬਾਰਡਰ ਹੈ ਨਹੀਂ ਖੁੱਲ੍ਹਣਾ ਚਾਹੀਦਾ, ਵੀ ਅਸੀਂ ਫੇਰ ਕਿਤੇ ਉਹੀ ਨਾ ਹੋਵੇ ਜਿੱਥੋਂ ਅਸੀਂ ਮਾਰਚ ਵਿੱਚ ਚੱਲੇ ਸੀ ਉੱਥੇ ਫੇਰ ਪਹੁੰਚ ਜਾਈਏ। ਜਿਸ ਕਰਕੇ ਜੀ ਕੋਈ ਇਹ ਕੈਨੇਡਾ ਦੇ ਵਿੱਚੋਂ ਡਗਫੋਰਡ ਸਾਹਿਬ ਨੇ ਵੀ ਕਾਫੀ ਸਖਤੀ ਦੇ ਨਾਲ, ਬਾਕੀ ਸਾਰੇ ਪ੍ਰੀਮੀਅਰ ਵੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਇਹ ਐਡਵਾਈਸ ਕਰ ਰਹੇ ਸੀ ਕਿ ਬਾਰਡਰ ਜਿਹੜਾ ਬੰਦ ਰੱਖਿਆ ਜਾਣਾ ਚਾਹੀਦਾ। ਉਸ ਦੇ ਨਾਲ ਅੱਜ ਵੀ ਕਈ ਦੋਨਾਂ ਦੇਸ਼ਾਂ ਦੇ ਵਿਚਕਾਰ ਇਹ ਫੈਸਲਾ ਹੋ ਗਿਆ ਕਿ ਬਕਾਇਦਾ ਤੌਰ ਤੇ ਜਿਹੜਾ ਬਾਰਡਰ ਹੈ ਉਹ 21 ਅਗਸਤ ਤੱਕ ਬੰਦ ਰਹੂਗਾ। ਸੋ ਕਹਿਣ ਦਾ ਮਤਲਬ 1 ਮਹੀਨੇ ਲਈ ਹੋਰ ਜਿਹੜਾ ਇਹ ਨਾਨ ਐਸੈਂਸ਼ੀਅਲ ਟਰੈਵਲ ਆ ਉਹਦੇ 'ਤੇ ਬੈਨ ਲਗਾ ਦਿੱਤਾ ਗਿਆ, ਨਹੀਂ ਇੱਧਰ ਉੱਧਰ ਆਇਆ ਜਾ ਸਕੂਗਾ। ਤੇ ਲੇਕਿਨ ਕਿ ਇਹ ਮੰਗ ਉੱਠ ਰਹੀ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕਾਫੀ ਡਰਾਉਣੇ ਜਿਹੜੇ ਨੰਬਰ ਆ ਉਹ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਪ੍ਰਾਪਤ ਹੋ ਰਹੇ ਆ ਤੇ ਆਪਾਂ ਨਹੀਂ ਚਾਹੁੰਦੇ ਕਿ ਬਾਰਡਰ ਖੋਲ੍ਹ ਕੇ ਜਿਹੜਾ ਕਰੋਨਾ ਵਾਇਰਸ ਦੀ ਦੂਸਰੀ
ਲੈ ਰਿਹਾ ਵੀ ਉਧਰੋਂ US ਵਿੱਚੋਂ ਅਸੀਂ ਇੰਪੋਰਟ ਕਰ ਰਹੀ ਹੈ, ਜਿਸ ਕਰਕੇ ਵੀ ਬਾਰਡਰ ਬਹੁਤ ਸਾਰੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਵੀ ਕੋਈ ਡਰ ਭੈ ਨਹੀਂ ਹੋਣਾ ਚਾਹੀਦਾ ਜੀ ਅੰਟਿਲ ਐਂਡ ਆਫ ਦਾ ਈਅਰ ਵੀ ਸਾਨੂੰ ਬੰਦ ਰੱਖਣਾ ਪੈ ਜਾਵੇ। ਪਰ ਹੋਪਫੁਲੀ ਜੀ ਵੀ ਵਿਦਿਨ 1 ਮੰਥ ਅਲਾਟ ਵਿਲ ਚੇਂਜ। ਸੋ ਉਸ ਲਿਹਾਜ਼ ਨਾਲ ਹੈ ਜੀ ਦੁਬਾਰਾ ਇਹ ਸਭ ਕੁਝ ਅਸੈਸ ਕੀਤਾ ਜਾਊਗਾ। ਇਹਦੇ ਨਾਲ ਹੀ ਕੁਝ ਲੋਕ ਟਰਾਈ ਕਰਦੇ ਰਹੇ ਕਿ ਮੰਗਾ ਜੀ ਜ਼ਰੂਰ ਕੋਈ ਅਸੀਂ ਜਾਈਏ ਕੈਨੇਡਾ ਘੁੰਮ ਆਈਏ, ਉੱਥੋਂ ਸੌਦਾ ਪਤਾ ਲੈ ਆਈਏ, ਕੁਝ ਥਾਵਾਂ ਜਾ ਕੇ ਦੇਖ ਆਈਏ। ਹੁਣ ਖਬਰਾਂ ਦੇ ਵਿੱਚ ਤਾਂ ਸਭ ਕੁਝ ਆਉਂਦਾ ਰੋਜ਼, ਪਰ ਜਿਵੇਂ ਹੁਣ ਖਬਰਾਂ ਸੁਣਨੀਆਂ ਹੀ ਨਹੀਂ, ਉਹਨੇ ਗੀਤ ਸੰਗੀਤ ਸੁਣਨਾ, ਉਹਨੇ ਫਿਲਮਾਂ ਦੇਖਣੀਆਂ ਨੇ, ਉਹਨੂੰ ਪਤਾ ਨਹੀਂ ਲੱਗਦਾ ਦੁਨੀਆ ਦੇ ਵਿੱਚ ਵਾਪਰ ਕੀ ਰਿਹਾ। ਸਹੀ ਹੈ। ਜੇਕਰ ਲੋਕ ਜੀ ਅੱਖਾਂ ਦੇਖ ਕੇ ਇਹ ਬਾਰਡਰ ਤੇ ਪਹੁੰਚ ਜਾਂਦੇ ਕਿ ਅਸੀਂ ਹੁਣ ਕੈਨੇਡਾ ਆਏ ਹਾਂ ਜੀ, ਪਰ ਇੱਥੋਂ ਜਦੋਂ ਤੋਂ ਬਾਰਡਰ ਬੰਦ ਕੀਤਾ ਗਿਆ ਨਾ, ਮਾਰਚ ਤੋਂ ਲੈ ਕੇ 12 ਜੁਲਾਈ ਤੱਕ 22 ਮਾਰਚ ਨੂੰ ਬੰਦ ਹੋਇਆ ਸੀ, 10,300 ਤੋਂ ਜ਼ਿਆਦਾ ਜਿਹੜੇ US ਸਿਟੀਜ਼ਨ ਆ ਉਹਨਾਂ ਨੂੰ ਵਾਪਸ ਮੋੜਿਆ ਜਾ ਚੁੱਕਾ ਬਾਰਡਰ ਤੋਂ, ਕਿਉਂਕਿ ਭਾਈ ਸਾਹਿਬ ਕੈਨੇਡਾ ਜਾ ਨਹੀਂ ਸਕਦੇ ਘੁੰਮਣ ਫਿਰਨ ਦੇ ਵਾਸਤੇ, ਜਾਂ ਫਿਰ ਖਰੀਦਦਾਰੀਆਂ ਕਰਨ ਦੇ ਵਾਸਤੇ ਕਹਿ ਲਓ, ਜਾਂ ਫਿਰ ਉੱਦਾਂ ਸਾਈਟ ਸੀਇੰਗ ਵਾਸਤੇ। ਤੇ ਇਸੇ ਤਰ੍ਹਾਂ ਹੀ ਆ ਕਿ ਕੈਨੇਡੀਅਨ ਨੇ ਜਿਹੜੇ ਉਹ ਵੀ US ਵਾਲੇ ਪਾਸਿਓਂ ਕਾਫੀ ਵੱਡੀ ਤਾਦਾਦ ਦੇ ਵਿੱਚੋਂ ਮੋੜੇ ਜਾਂਦੇ ਰਹੇ ਆ ਪਿਛਲੇ ਸਮੇਂ ਦੇ ਦੌਰਾਨ। ਸੋ ਇਸ ਲਿਹਾਜ਼ ਨਾਲ ਇਹ ਹੈ ਜੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾਰਡਰ ਹਾਲ ਦੀ ਕੜੀ ਨਾਨ ਐਸੈਂਸ਼ੀਅਲ ਟਰੈਵਲ ਲਈ ਸਪੈਸ਼ਲੀ ਬੰਦ ਹੀ ਰਹੂਗਾ। ਤੇ ਜਾਣ ਤੋਂ ਪਹਿਲਾਂ ਕੋਈ ਹੋਰ ਅਹਿਮ ਜਾਣਕਾਰੀ ਸਾਡੇ ਪਰਿਵਾਰਾਂ ਦੇ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਤੇ ਜ਼ਰੂਰ ਸਾਂਝੀ ਕਰ ਦਿਓ। ਤੇ ਇੱਕ ਮੇਰਾ ਛੋਟਾ ਜਿਹਾ ਕੁਐਸਚਨ ਹੈ ਵੀ ਕੋਈ ਫਲਾਈਟਸ ਬਾਰੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹ ਵੀ ਫਿਰ ਮੈਨੂੰ ਲੱਗਦਾ ਕਿ ਅਜੇ 21 ਅਗਸਤ ਤੱਕ ਉਹਨਾਂ ਦੇ ਉੱਤੇ ਵੀ ਫਿਰ ਜਿਹੜਾ ਇਹ ਰਹੇਗਾ ਬੈਨ। ਹਾਂਜੀ, ਜਿਹੜੇ ਇਹ ਖਾਸ ਤੌਰ ਤੇ ਕਹ ਲਓ ਕਿ US ਸਿਟੀਜ਼ਨ US ਡੈਸਟੀਨੇਸ਼ਨਸ ਹੈਗੇ ਆ ਜੀ ਕਿ ਉਹ ਤਾਂ ਨਹੀਂ ਅਜੇ ਸਰਵਿਸ ਜਿਹੜੀ ਰਿਜ਼ਿਊਮ ਹੋ ਸਕਣੀ, ਭਾਵੇਂ ਉਹ ਕੈਨੇਡਾ ਦੀ ਹੋਵੇ ਜਾਂ ਫਿਰ ਵੈਬਜੈਟ ਦੀ ਵੀ, ਭਾਵੇਂ ਇੱਕ ਵੈਬਜੈਟ ਵੱਲੋਂ ਕੁਝ ਜਿਹੜੇ ਕੈਰੇਬੀਅਨ ਰੂਟਸ ਆ ਜਾਂ ਯੂਰਪ ਦੇ ਕੁਝ ਇੱਕ ਰੂਟਸ, ਇਸੇ ਤਰ੍ਹਾਂ 에ਅਰ ਕੈਨੇਡਾ ਵੱਲੋਂ ਕੁਝ ਸਰਵਿਸ ਜਿਹੜੀ ਆ ਯੂਰਪੀਅਨ ਜਾਂ ਹੋਰ ਕੰਟਰੀਜ਼ ਦੇ ਵਿੱਚ ਜਿੱਥੇ ਕਿ ਸੇਫ ਆ, ਜਿੱਥੇ ਕਿ ਵੀ ਕਰੋਨਾ ਵਾਇਰਸ ਦੀ ਹੁਣ ਬਹੁਤੀ ਮਾਰ ਨਹੀਂ ਪੈ ਰਹੀ, ਉੱਧਰ ਨੂੰ ਕੁਝ ਰੂਟ ਜਿਹੜੇ ਆ ਉਹ ਰਿਜ਼ਿਊਮ ਕਰਨ ਦਾ ਐਲਾਨ ਹੈ। ਲੇਕਿਨ ਕਿ ਇਹਦੇ ਨਾਲ ਹੀ ਗਵਰਨਮੈਂਟ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਇੰਟਰਨੈਸ਼ਨਲੀ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਐਂਟਰੀ ਤੇ ਐਗਜ਼ਿਟ ਤੇ, ਉਹਦੇ ਤੇ ਥੋੜ੍ਹਾ ਜਿਹਾ ਕਿ ਨਰਮੀ ਹੁਣ ਕੀਤੀ ਜਾਵੇ। ਪਰ ਹਾਲ ਦੀ ਘੜੀ 에ਅਰ ਕੈਨੇਡਾ ਜਾਂ ਕਿਸੇ ਵੀ ਏਅਰਲਾਈਨ ਨੂੰ ਸੁਣਨ ਤੋਂ ਪਹਿਲਾਂ ਫੈਡਰਲ ਗਵਰਨਮੈਂਟ ਜਿਹੜੀ ਹੈ ਜੀ ਕਿ ਉਹ ਸੁਣੇਗੀ ਮੈਡੀਕਲ ਐਕਸਪਰਟਸ ਨੂੰ ਵੀ ਉਹ ਐਡਵਾਈਜ਼ ਕੀ ਕਰਦੇ ਨੇ। ਸੋ ਹੌਲੀ ਹੌਲੀ ਇਹ ਹੈ ਜੀ ਕਿ ਖੁੱਲ੍ਹੇਗਾ ਤਾਂ ਸਭ ਕੁਝ, ਪਰ ਇਹ ਹੁਣ ਕਦੋਂ ਖੁੱਲ੍ਹੇਗਾ ਇਹੀ ਇਸ ਵੇਲੇ ਕੁਐਸਚਨ ਰਹਿ ਗਿਆ। ਲੇਕਿਨ ਕਿ ਸਿਚੁਏਸ਼ਨ ਨੂੰ ਅਸੈਸ ਕੀਤਾ ਜਾ ਰਿਹਾ। ਪਰ ਇਸੇ ਦੌਰਾਨ ਇਹ ਹੈ ਜੀ ਕਿ ਜਿਹੜੇ ਇਹ ਸ਼ਰਾਬੀ ਤੇ ਸ਼ਰਾਬਣਾ ਦਾ ਫੜਨਾ ਜਾਰੀ ਰਹਿੰਦਾ। ਕੈਲੇਡਨ ਛੋਟਾ ਜਿਹਾ ਪਿੰਡ ਹੈ, ਖਾਸ ਤੌਰ ਤੇ ਵੀ ਉੱਥੋਂ ਜਿੰਨੇ ਕੁ ਫੜ ਹੁੰਦੇ ਨੇ ਜਾਂ ਹੁੰਦੀਆਂ ਨੇ, ਮੈਜੋਰਟੀ ਉਹਨਾਂ ਦੇ ਵਿੱਚੋਂ ਉੱਥੇ ਰਹਿਣ ਵਾਲੇ ਲੋਕ ਨਹੀਂ ਹੁੰਦੇ। ਸੋ ਕੈਲੇਡਨ ਤੋਂ ਬਾਹਰਲੇ ਜਿਹੜੇ ਲੋਕ ਨੇ ਨਾ ਜੀ ਕਿ ਉੱਥੇ ਜਾ ਕੇ ਗੱਡੀਆਂ ਤੇਜ਼ ਚਲਾਉਂਦੇ ਜਾਂ ਸ਼ਰਾਬ ਪੀ ਕੇ, ਇਹ ਪਿਛਲੇ ਦਿਨੀ ਇੱਕ ਸ਼ਰਾਬੀ ਬਜ਼ੁਰਗ 72 ਸਾਲ ਦਾ 73 ਸਾਲ ਦਾ ਇੱਦਾਂ ਹੀ ਸ਼ਰਾਬਾਂ ਨੂੰ ਜਿਹੜੀ 33 ਸਾਲ ਦੀ ਉਹ ਚਲਾ ਰਹੀ ਸੀ ਗੱਡੀ, ਤੇ ਪੁਲਿਸ ਦੇ ਕਾਬੂ ਆਏ ਨੇ। ਤੇ ਦੋਨਾਂ ਦੇ ਲਾਇਸੈਂਸ ਵੀ ਪੁਲਿਸ ਨੇ ਰੱਖ ਲਏ ਆ ਤੇ ਉਹਨਾਂ ਦੀਆਂ ਗੱਡੀਆਂ ਵੀ ਪੁਲਿਸ ਨੇ ਮੰਗਾ ਜੀ ਰੱਖ ਲਈਆਂ ਤੇ ਔਰੰਜਵਿਲ ਕੋਰਟ ਦੇ ਵਿੱਚ ਇਹਨਾਂ ਦੀ ਹੁਣ ਪੇਸ਼ੀ ਹੋਏਗੀ। ਤੁਹਾਨੂੰ ਪਤਾ ਹੀ ਹੈ ਜਿਹੜੇ ਉੱਥੇ ਕੈਲੇਡਨ ਫੜ ਹੁੰਦੇ ਆ ਜਾਂ ਹੁੰਦੀਆਂ ਨੇ, ਉਹ ਸਾਰੀਆਂ ਦੀਆਂ ਪੇਸ਼ੀਆਂ ਉੱਥੇ ਔਰੰਜਵਿਲ ਦੀ ਕੋਰਟ ਦੇ ਵਿੱਚ ਹੀ ਹੁੰਦੀਆਂ। ਤੇ ਕੋਰਟ ਹੁਣ ਜੁਲਾਈ ਤੋਂ ਖੁੱਲ੍ਹ ਚੁੱਕੀ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਸਤੰਬਰ ਤੱਕ ਦੀਆਂ ਜਿਹੜੀਆਂ ਤਰੀਕਾਂ ਉੱਥੇ ਫੁੱਲ ਨੇ। ਇਹ ਟ੍ਰੈਫਿਕ ਐਕਟ ਦੇ ਤਹਿਤ 4 ਵਜੇ ਲੋਕਾਂ ਦੀਆਂ ਤੇ ਕਾਫੀ ਵੱਡੀ ਉਸ ਕਚਹਿਰੀ ਦੇ ਵਿੱਚ ਮੇਲੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਲੱਗਣ ਦੀ ਸੰਭਾਵਨਾ ਹੈ। ਬਹੁਤ ਬਹੁਤ ਧੰਨਵਾਦ ਜੌਹਲ ਸਾਹਿਬ, ਤੁਸੀਂ ਟਾਈਮ ਆਪਣਾ ਕੀਮਤੀ ਕੱਢ ਕੇ ਸਾਡੇ ਪਰਿਵਾਰਾਂ ਤੱਕ ਬਣਦੀ ਇਨਫੋਰਮੇਸ਼ਨ ਪਹੁੰਚਦੀ ਕੀਤੀ ਆ। ਸਾਡੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਵੈਲਕਮ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਾਰੇ ਜੌਹਲ ਸਾਹਿਬ ਇਹ ਆਪਣੇ ਸਤਪਾਲ ਜੌਹਲ ਹੁਣੀ ਤੁਹਾਡੇ ਗੋਤੀ ਆ ਜੀ, ਤੇ ਇਹਨਾਂ ਨੇ ਬਿਲਕੁਲ ਪਰਿਵਾਰਾਂ ਦੇ ਨਾਲ ਜਿਹੜੀ ਆ ਗੱਲਬਾਤ ਉਹ ਸਾਡੇ ਨੂੰ ਇਨਫੋਰਮੇਸ਼ਨ ਜਿਹੜੀ ਆ ਜੀ ਹਮੇਸ਼ਾ ਹੀ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਮੁਹੱਈਆ ਕਰਾਉਂਦੇ ਨੇ। ਸੋ ਕਿਉਂਕਿ ਹਰ ਇੱਕ ਨੂੰ ਥੋੜ੍ਹੀ ਆ, ਕਿਉਂਕਿ ਬਿਲਕੁਲ ਜੇ ਆਪਾਂ ਨਿਗਾਹ ਮਾਰ ਕੇ ਦੇਖੀਏ ਅਜੇ ਵੀ ਦੇਖਣ ਨੂੰ ਸਭ ਕੁਝ ਖੁੱਲ੍ਹਾ ਲੱਗਦਾ ਹੈ, ਪਰ ਜਦੋਂ ਤੁਸੀਂ ਜਾਂਦੇ ਹੋ ਆਪਣੇ ਫੀਲਡ ਦੇ ਨਾਲ ਕੋਈ ਸੰਬੰਧਿਤ ਕੰਮਾਂ-ਕਾਰਾਂ ਵਿੱਚ ਵਿਚਰਦੇ ਹੋ ਤੇ ਫਿਰ ਤੁਹਾਨੂੰ ਇੱਦਾਂ ਲੱਗਦਾ ਹੈ ਵੀ ਨਹੀਂ ਇਹ ਤਾਂ ਸਭ ਕੁਝ ਬੰਦ ਹੀ ਆ ਰਾਈਟ। ਸੋ ਚਲੋ ਦੇਖਦੇ ਹਾਂ ਜੀ, ਫੇਜ਼ 3 ਖੁੱਲ੍ਹੇ ਤੇ ਜ਼ਿੰਦਗੀ ਜਿਹੜੀ ਆ ਜੀ ਆਮ ਦੀ ਤਰ੍ਹਾਂ ਹੋਵੇ। ਪਰ ਜੋ ਕਰੋਨਾ ਨੇ ਸਾਨੂੰ ਸਬਕ ਦਿੱਤਾ, ਕਰੋਨਾ ਨੇ ਜੇ $2000 ਦੇ ਨਾਲ ਘਰ ਰਹਿ ਕੇ ਤੁਹਾਨੂੰ ਜੀਣਾ ਸਿਖਾਇਆ ਆ, ਤੇ ਹੁਣ ਥੋੜ੍ਹਾ ਜਿਹਾ ਸਮਝ ਆਇਓ ਕਿ ਦੌੜ ਭਰੀ ਜ਼ਿੰਦਗੀ ਦੇ ਵਿੱਚੋਂ ਥੋੜ੍ਹੀ ਜਿਹੀ ਜਿਹੜੀ ਆਪਾਂ ਉਹ ਬ੍ਰੇਕ ਲੈ ਲਈਏ। ਕਿਉਂਕਿ ਦੇਖੋ ਤਰੱਕੀ ਕਰਨੀ, ਮਿਹਨਤ ਕਰਨੀ ਇਹ ਕੋਈ ਮਾੜੀ ਗੱਲ ਨਹੀਂ ਆ, ਪਰ ਆਪਣੇ ਆਪ ਨੂੰ ਇੱਕ ਮਸ਼ੀਨ ਬਣਾ ਲੈਣਾ ਤੇ ਫਿਰ ਤੁਹਾਡੀ ਜਿਹੜੀ ਆ ਜਿਹੜਾ ਤੁਹਾਡਾ ਬੱਚਿਆਂ ਤੋਂ ਵੀ ਤੁਸੀਂ ਪਰੇ ਹੁੰਦੇ ਜਾਂਦੇ ਹੋ, ਆਪਣੇ ਪਰਿਵਾਰਾਂ ਤੋਂ ਵੀ ਪਰੇ ਹੁੰਦੇ ਜਾਂਦੇ ਹੋ, ਭਾਈਚਾਰੇ ਤੋਂ ਮਿੱਤਰਚਾਰੇ ਤੋਂ ਵੀ ਤੁਸੀਂ ਇੱਕ ਪਿੱਛੇ ਜਿਹਾ ਹਟਦੇ ਜਾਂਦੇ ਹੋ। ਮਿਹਨਤ ਜ਼ਰੂਰ ਕਰੋ, ਮਿਹਨਤ ਕਰਨੀ ਹਰ ਇਨਸਾਨ ਦਾ ਕੰਮ ਆ, ਪਰ
ਮਸ਼ੀਨ ਜਿਹੜਾ ਆ ਉਹ ਨਹੀਂ ਬਣ ਜਾਣਾ ਚਾਹੀਦਾ। ਸੋ ਜੌਲ ਸਾਹਿਬ ਕਾਫੀ ਗੱਲਾਂ ਬਾਤਾਂ ਜਿਹੜੀਆਂ ਆ ਜੀ ਜੌਲ ਸਾਹਿਬ ਸਾਨੂੰ ਦੱਸ ਕੇ ਗਏ ਆ। ਬਿਲਕੁਲ ਮੰਗਾ ਭਾਜੀ, ਜਿਸ ਤੋਂ ਵੀ ਸਤਪਾਲ ਸਿੰਘ ਜੌਲ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਅਸੀਂ ਇੱਕ ਗੱਲ ਦਾਅਵੇ ਨਾਲ ਦੋਸਤੋ ਅਸੀਂ ਕਹਿੰਦੇ ਹੁੰਦੇ ਹਾਂ ਕਿ CP24 ਸਾਡੇ ਪੰਜਾਬੀਆਂ ਦੇ CP24 ਸਤਪਾਲ ਸਿੰਘ ਜੌਲ ਯਾਨੀ ਵੀ ਕੋਈ ਨਿਊਜ਼ ਹੁੰਦੀ ਆ ਉਹ ਸਭ ਤੋਂ ਪਹਿਲਾਂ ਜੌਲ ਸਾਹਿਬ ਦੇ ਕੋਲ ਹੀ ਜਿਹੜੀ ਆ ਆਉਂਦੀ ਆ। ਔਰ ਆਏ ਦਿਨ ਜਦੋਂ ਅਸੀਂ COVID-19 ਦੀ ਕੋਈ ਗੱਲਬਾਤ ਕਰਦੇ ਹਾਂ ਤਾਂ ਟੂਟੂ ਸਾਹਿਬ ਦਾ ਕੱਲ੍ਹ ਮੈਂ ਇੱਕ ਬਿਆਨ ਸੁਣਦਾ ਸੀ ਕਿ ਅਸੀਂ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੀਆਂ ਕਿ ਟੂਟੂ ਸਾਹਿਬ ਨੇ ਜੋ ਕੁਝ ਵੀ ਕਿਹਾ ਕਿ ਅਸੀਂ ਪ੍ਰਬੰਧ ਬਹੁਤ ਵਧੀਆ ਕੀਤੇ ਆ ਤਾਂ ਹਾਲੇ ਕਿ ਕੈਨੇਡਾ ਦਾ ਕਾਫੀ ਜਿਹੜਾ ਬਚਾਅ ਹੋ ਗਿਆ ਕਿ ਅਮਰੀਕਾ ਦੇ ਜਿਹੜਾ ਬਚਾਅ ਪੱਖ ਸੀ ਕੈਨੇਡਾ ਨਾਲੋਂ ਕਾਫੀ ਢਿੱਲਾ ਸੀਗਾ। ਢਿੱਲੇ ਤੋਂ ਮੇਰੀ ਮੁਰਾਦ ਇਹ ਆ ਕਿ ਕਈ ਵਾਰੀ ਨਾ ਅਸੀਂ ਦਬਕੇ ਬੜੇ ਵੱਡੇ ਮਾਰ ਲੈਂਦੇ ਆ ਮੰਗਾ ਭਾਜੀ, ਪਤਾ ਉਦੋਂ ਲੱਗਦਾ ਕਿ ਮੈਦਾਨ ਦੇ ਵਿੱਚ ਆ ਕੇ ਕੌਣ ਖੜਦਾ ਆ। ਇਸੇ ਤਰ੍ਹਾਂ ਟਰੰਪ ਸਾਹਿਬ ਨੇ ਜੀ ਦਬਕੇ ਤਾਂ ਮਾਰਦੇ ਰਹੇ ਤੇ ਜਦੋਂ ਘਰ ਤੇ ਵਿਪਤਾ ਪਈ ਆ ਤਾਂ ਫਿਰ ਹਸਪੀਟਲਾਂ ਦੇ ਵਿੱਚ ਕੁਝ ਵੀ ਨਹੀਂ। ਬਿਲਕੁਲ ਜੀ, ਉਹਨਾਂ ਨੂੰ ਖਾਲੀ ਪਏ ਆ ਜੀ। ਹਾਂਜੀ, ਉਹਨਾਂ ਨੂੰ ਇਦਾਂ ਲੱਗਦਾ ਵੀ ਅਮਰੀਕਨਸ ਜਿਹੜੇ ਆ ਉਹ ਹਮੇਸ਼ਾ ਹੀ ਅਮਰੀਕਾ ਦਾ ਨਾਂ ਲੈ ਕੇ ਆਮ ਅਮਰੀਕਨ, ਪਰ ਬਿਮਾਰੀਆਂ ਜਿਹੜੀਆਂ ਆ ਉਹ ਨਾਂ ਤੋਂ ਥੋੜ੍ਹੀ ਡਰਦੀਆਂ ਆ। ਉਹਨਾਂ ਬਿਮਾਰੀ ਨੇ ਥੋੜ੍ਹੀ ਦੇਖਣਾ ਤੁਸੀਂ ਅਮਰੀਕਨ ਆ, ਤੁਸੀਂ ਇੰਡੀਅਨ ਆ, ਤੁਸੀਂ ਕੈਨੇਡੀਅਨ ਆ, ਪਾਕਿਸਤਾਨ ਤੋਂ ਆ, ਕਿਹੜੀ ਕੰਟਰੀ ਤੋਂ ਆ, ਬਿਮਾਰੀ ਤੁਹਾਨੂੰ ਆ ਕੇ ਢਾਹ ਲਵੇਗੀ। ਔਰ ਖਾਸ ਕਰਕੇ ਜਦੋਂ ਕੋਈ ਵੀ ਮਹਾਮਾਰੀ ਹੁੰਦੀ ਹੈ ਨਾ, ਮਹਾਮਾਰੀ ਦਾ ਦੌਰ ਜਦੋਂ ਚੱਲਦਾ ਆ ਉਦੋਂ ਫਿਰ ਬਚਾਅ ਦੇ ਵਿੱਚ ਜਿਹੜਾ ਬਚਾਅ ਹੀ ਚੰਗਾ ਆ। ਪਰ ਇੱਕ ਮੇਰਾ ਸਵਾਲ ਹੈਗਾ ਵੀ ਆ ਤੇ ਰਹੂਗਾ ਵੀ, ਇਹ ਨੰਬਰ ਕਿੱਥੋਂ ਆਉਂਦੇ ਆ? ਨੰਬਰ ਜਿਹੜੇ ਆ ਮੰਗਾ ਭਾਜੀ ਤਾਂ ਜੇ ਤਾਂ ਆਪਾਂ ਸਹੀ ਜਿਹੜੀ ਆ ਨਾ ਸਾਡੇ ਕੋਈ ਵੀ ਮੈਂ ਪਰਿਵਾਰਾਂ ਨੂੰ ਵੀ ਪੁੱਛਣਾ ਚਾਹੁੰਦਾ, ਪਰਿਵਾਰ ਵੀ ਕਾਲ ਕਰਕੇ ਦੱਸ ਸਕਦੇ ਆ, ਮੈਸੇਜ ਕਰ ਸਕਦੇ ਆ, ਇਹ ਨੰਬਰ ਕਿੱਥੋਂ ਆਉਂਦੇ ਆ? ਵੈਸੇ ਜੇ ਸਹੀ ਤਰ੍ਹਾਂ ਮੰਗਾ ਭਾਜੀ ਦੇਖੀਏ ਤਾਂ ਇਹ ਨੰਬਰ ਕਿਤੋਂ ਨਹੀਂ ਆਉਂਦੇ। ਇੱਕ ਅਫਵਾਹ ਆ, ਸੁਧੀ ਤੇ ਸੁਧੀ ਅਫਵਾਹ। ਮੈਂ ਤਾਂ ਕਹਿ ਰਿਹਾ ਆ ਕਿ ਕਦੀ ਇਸ ਤਰ੍ਹਾਂ ਵੀ ਹੁੰਦੇ ਆ ਕਿ ਸਾਡੇ ਨਿਊਜ਼ ਵਾਲੇ ਚੈਨਲ ਚੱਲਦੇ ਆ 24/7 ਸਾਡਾ ਟੋਰਾਂਟੋ ਦਾ ਮੇਨ ਚੈਨਲ ਆ, ਉਹਦੇ ਵਿੱਚ ਸਾਡੇ ਕਾਫੀ ਹਿੰਦੀ ਚੈਨਲ ਨੇ, ਕਾਫੀ ਪੰਜਾਬੀ ਚੈਨਲ ਨੇ। ਤੁਸੀਂ ਮੰਗਾ ਭਾਜੀ 5 ਚੈਨਲ ਸੇਮ ਟਾਈਮ ਤੇ ਲਾ ਲਓ, ਸੇਮ ਟਾਈਮ ਤੇ 5 ਚੈਨਲ ਲਗਾ ਕੇ ਇੱਕ ਚੈਨਲ ਤੇ ਤਾਂ ਆ ਰਿਹਾ ਕਿ 551, ਦੂਜੇ ਤੇ ਆ ਰਿਹਾ ਹੈ ਜੀ 555, ਤੀਜੇ ਤੇ ਆ ਰਿਹਾ 600। ਇਹ ਨੰਬਰ ਕਿੱਥੋਂ ਵੱਧ ਗਏ ਜੀ ਏਡੀ ਛੇਤੀ? 1 2 3 ਸੈਕਿੰਡ ਦੇ ਵਿੱਚ 25 ਨੰਬਰ ਤਾਂ ਕਦੇ ਵੀ ਨਹੀਂ ਵੱਧਦੇ। ਇਹ ਸਿਰਫ ਇੱਕ ਮੈਂ ਸਿੰਪਲ ਜੀ ਇੱਕ ਲੈਂਗੁਏਜ ਜਿਹੜੀ ਆ ਜੀ ਵਰਤਨ ਦਾ ਇਹ TRP ਦਾ ਮਾਮਲਾ ਆ ਜਿਹੜਾ ਜੀ ਇੰਡੀਆ ਦਾ ਆ। ਹਾਲਾਂਕਿ ਜਿਹੜੇ ਅਸੀਂ ਜਿਹੜੀ ਕੰਟਰੀ ਦੇ ਵਿੱਚ ਮੰਗਾ ਭਾਜੀ ਅਸੀਂ ਬੈਠੇ ਆ ਨਾ, ਹਾਲੇ ਇੱਥੇ ਕਾਫੀ ਵਧੀਆ ਆ ਮੀਡੀਆ। ਨਹੀਂ ਤਾਂ ਫਿਰ ਸਾਡੇ ਜੇ ਇੰਡੀਆ ਦੇ ਮੀਡੀਆ ਦੀ ਗੱਲ ਕਰੀਏ ਤਾਂ ਉਹ ਤਾਂ ਅਮਿਤਾਭ ਬੱਚਨ ਉਹਨਾਂ ਨੂੰ ਵਾਸ਼ਰੂਮ ਤੱਕ ਨਹੀਂ ਜਾਣ ਦਿੰਦੇ ਜੀ। ਜਿੱਥੇ ਵੀ ਜਾਂਦੇ ਆ ਕਮਾਨ ਬੀ ਪ੍ਰੋਫੈਸ਼ਨਲ ਕਿ ਅਮਿਤਾਭ ਬੱਚਨ ਇੰਨੇ ਵਜੇ ਵਾਸ਼ਰੂਮ ਗਿਆ ਸੀ, ਇੰਨੇ ਵਜੇ ਉੱਠਿਆ ਸੀ, ਲੋਕਾਂ ਨੇ ਇਹਦੇ ਤੋਂ ਕੀ ਲੈਣਾ ਜੀ? ਠੀਕ ਹੈ ਜੀ, ਬਹੁਤ ਵਧੀਆ ਕਲਾਕਾਰ ਆ ਸਾਡਾ, ਮਹਾਨਾਇਕ ਆ ਇਸ ਸਦੀ ਦਾ। ਜੇ ਉਹ ਸਿੱਖ ਹੋ ਗਿਆ ਘੱਟ ਤੋਂ ਘੱਟ ਉਹਨੂੰ ਇਲਾਜ ਕਰਾ ਲੈਂਦੇ ਹੋ, ਉਹ ਫਿਰ ਸਾਡੇ ਪ੍ਰਧਾਨ ਮੰਤਰੀ ਉਹਨੂੰ ਡੋਣੀ ਦਾ ਨਾਮ ਪਿੱਟੋ, ਉਹਨੂੰ ਕਿਤੇ ਟੈਕ ਲੈਂਦਾ ਵਿਚਾਰੇ ਨੂੰ। ਹੁਣ ਕੱਲ ਦੀ ਨਿਊਜ਼ ਮਿਸਾਗਾ ਦੀ ਆ, ਮਿਸਾਗਾ ਦੇ ਵਿੱਚ ਉਹਨੇ ਕਿਹਾ ਕਿ 0 ਕੇਸ ਆ। ਹੁਣ ਇਹਨਾਂ ਨੂੰ ਇਹ ਸਾਡੇ ਪਰਿਵਾਰਾਂ ਨੂੰ ਦੱਸਣਾ ਚਾਹੀਦਾ ਆ ਵੀ ਉਹ ਫਿਗਰਸ ਜਿਹੜੇ ਆ ਉਹਨਾਂ ਨੇ ਕਿੱਥੋਂ ਚੁੱਕੇ ਆ। ਸੋ ਇਹਦਾ ਮਤਲਬ ਲੋਕ ਟੈਸਟ ਕਰਾਉਣ ਨਹੀਂ ਗਏ, ਜਾਂ ਇਹ ਕਹਿਣ ਵੀ ਇੰਨੇ ਟੈਸਟ ਹੋਏ ਸੀਗੇ, 0 ਜਿਹੜੀ ਆ ਪੋਜ਼ਿਟਿਵਿਟੀ ਆਈ ਆ, ਕਿਸੇ ਦਾ ਕਰੋਨਾ ਪੋਜ਼ਿਟਿਵ ਜਿਹੜਾ ਆ ਉਹ ਨਹੀਂ ਆਇਆ। ਪਰ ਇੱਥੇ ਇੱਕ ਉਹੀ ਮਨ ਦੇ ਵਿੱਚ ਇੱਕੋ ਹੀ ਸਵਾਲ ਆਉਂਦਾ ਆ ਕਿ ਦੇਖੋ ਬਾਕੀ ਬਿਮਾਰੀਆਂ ਜਿਹੜੀਆਂ ਆ ਉਹਨਾਂ ਦਾ ਪਤਾ ਹੁੰਦਾ ਕਿ ਇਹ ਬਿਮਾਰੀ ਆ, ਇਹ ਬਿਮਾਰੀ ਆ। ਕਰੋਨਾ ਇੱਕ ਮਹਾਮਾਰੀ ਬਣ ਗਿਆ, ਪਰ ਇਹਦੇ ਜਿਹੜੇ ਲੱਛਣ ਆ ਉਹ ਸਾਨੂੰ ਦੱਸ ਦਿੱਤੇ ਆ ਫਲੂ ਵਾਲੇ ਨਾਲ ਦੇ ਆ, ਖੰਘ ਆ, ਜ਼ੁਕਾਮ ਆ, ਇਹ ਸਾਰੇ ਜਿਹੜੇ ਜੋ ਫਲੂ ਦੇ ਲੱਛਣ ਹੁੰਦੇ ਉਹਦੇ ਨਾਲ ਆ। ਫਿਰ ਇਹ ਕਹਿੰਦੇ ਆ ਸੈਨੀਟਾਈਜ਼ਰ ਕਰਕੇ ਰੱਖੋ, ਹੱਥ ਸਾਫ਼ ਰੱਖੋ ਉਹਨਾਂ ਦੇ ਨਾਲ। ਕੋਈ ਕਹਿੰਦਾ ਆ ਜੀ ਤੁਸੀਂ ਲਸਣ ਦਾ ਪਾਣੀ ਪੀ ਲਓ, ਕੋਈ ਕਹਿੰਦਾ ਅਦਰਕ ਦਾ ਪਾਣੀ ਪੀ ਲਓ, ਕੋਈ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ। ਜੇ ਇਹਨਾਂ ਚੀਜ਼ਾਂ ਸਾਰੀਆਂ ਦੇ ਨਾਲ 14 ਦਿਨ ਦਾ ਪ੍ਰੀਕਾਸ਼ਨ ਲੈ ਕੇ ਅਸੀਂ ਜੇ 14 ਦਿਨ ਦੇ ਪ੍ਰੀਕਾਸ਼ਨ ਦੇ ਨਾਲ ਅਸੀਂ ਤੰਦਰੁਸਤ ਹੋ ਕੇ ਆ ਰਹੇ ਹਾਂ, ਸੋ ਗੌਰਮੈਂਟਾਂ ਦਾ ਇਸ ਪਾਸੇ ਨੂੰ ਜ਼ੋਰ ਕਿਉਂ ਨਹੀਂ ਲੱਗਾ ਕਿ ਉਹ ਇੱਕ ਵੱਡੀ ਤਰੀਕੇ ਦੀ ਐਮਰਜੈਂਸੀ ਡਿਕਲੇਅਰ ਕਰਕੇ ਹਰ ਇੱਕ ਬੰਦੇ ਨੂੰ ਕਹਿੰਦੇ ਕਿ ਆਪਣਾ ਭਾਈ 14 ਦਿਨ ਦੇ ਲਈ ਇਮਿਊਨ ਸਿਸਟਮ ਜਿਹੜਾ ਹੈ ਉਹਨੂੰ ਸਟਰੋਂਗ ਕਰੋ। ਹਾਂਜੀ ਮਗਰ ਭਾਜੀ ਦੇਖੋ ਗਵਰਨਮੈਂਟ ਜਿਹੜੀਆਂ ਕਈ ਜਗ੍ਹਾ ਤੇ ਤਾਂ ਗਵਰਨਮੈਂਟ ਵੀ ਸਹੀ ਹੈ, ਦੇਖੋ ਕਿ ਹਰ ਇੱਕ ਬੰਦਾ ਤਾਂ ਸਿੱਖ ਨਹੀਂਗਾ। ਇੱਕ ਚੀਜ਼ ਕੋਈ ਵੀ ਜਿਹੜਾ ਭੈਣ ਭਰਾ ਆ ਅਬਰੋਡ ਤੋਂ ਆਉਂਦਾ ਆ, ਇੰਡੀਆ ਤੋਂ ਆਉਂਦਾ ਆ ਜਾਂ ਕਿਸੇ ਹੋਰ ਕੰਟਰੀ ਤੋਂ ਆਉਂਦਾ ਆ, ਇੱਥੇ ਤੱਕ ਕਿ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਬੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਲੈਂਗੁਏਜ ਵਰਤੀ ਸੀਗੀ ਕਿ ਜੇ ਤਾਂ ਕੋਈ ਅਮਰੀਕਾ ਤੋਂ ਕੈਨੇਡਾ ਆਇਆ ਉਹ 14 ਦਿਨ ਘਰ ਬੈਠੇ, ਕੈਨੇਡਾ ਤੋਂ ਕੋਈ ਅਮਰੀਕਾ ਗਿਆ ਉਹ 14 ਦਿਨ ਘਰ ਬੈਠੇ। ਇਹ ਤਾਂ ਅਸੀਂ ਮੰਨ ਲਿਆ ਜੀ ਉਹ 14 ਦਿਨ ਦਾ ਜਿਹੜਾ ਪ੍ਰੀਕਾਸ਼ਨ ਉਹਨਾਂ ਨੇ ਰੱਖ ਲਿਆ ਕਿ ਟਰੱਕ ਡਰਾਈਵਰ ਜਾਂ ਕੋਈ ਹੋਰ ਜਿਹੜਾ ਭੈਣ ਭਰਾ ਉਧਰ ਗਿਆ ਉਹ ਆਪਣਾ ਲੋਡ ਲਾਇਆ ਤੇ 2 ਲਾ ਕੇ ਚੱਕ ਕੇ ਆ ਗਿਆ ਜੀ, ਕਿ ਇਹ ਕਾਇਦਾ ਕਾਨੂੰਨ ਉਹਨਾਂ ਤੇ ਕੋਈ ਨਹੀਂ ਲੱਗਦਾ ਜੀ? ਨਹੀਂ, ਇਹ ਕਿਸੇ ਨੂੰ ਕਿਸੇ ਦੇ ਕੋਲ ਗਾਈਡਲਾਈਨ ਨਹੀਂ। ਮੈਂ ਤੁਹਾਨੂੰ ਸਿੰਪਲ ਦੱਸ ਦਿੰਦਾ ਕਿ ਇੱਕ ਡਰਾਈਵਿੰਗ, ਮੈਂ ਇੱਕ ਉਦਾਹਰਨ ਦਿੰਦਾ, ਇੱਕ ਕਲਾਸਰੂਮ ਆ, ਇੱਕ ਕਲਾਸਰੂਮ ਦੇ ਵਿੱਚ
ਕਲਾਸ ਲੱਗ ਰਹੀ ਆ, ਮੈਂ ਪੜ੍ਹਾ ਰਿਹਾ ਔਰ ਉੱਥੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਕਹਿੰਦੀ ਆ ਕਿ 9 ਬੰਦਿਆਂ ਦੀ ਕਲਾਸ ਜਿਹੜੀ ਆ ਉਹ ਤੂੰ ਲਾ ਲਾ, ਹਾਂਜੀ ਰਾਈਟ, ਉੱਥੇ ਉਹ ਮੈਂ ਕਲਾਸ ਲਾ ਰਿਹਾ ਆ, ਤੇ ਦੂਜਾ ਹੀ ਇੱਕ ਸੇਮ ਡਰਾਈਵਿੰਗ ਦੇ ਨਾਲ ਰਿਲੇਟਡ ਇੱਕ ਹੋਰ ਕਲਾਸ ਆ, ਉਹ ਮਿਨਿਸਟਰੀ ਕਹਿੰਦੀ ਆ ਕਿ ਤੁਸੀਂ ਕਲਾਸ ਜਿਹੜੀ ਆ ਉਹ ਨਹੀਂ ਲਾ ਸਕਦੇ। ਇਹ ਦੇਖੋ ਕਿਸੇ ਦੇ ਕੋਲ ਕੋਈ ਕਲੀਅਰ ਇੰਡੀਕੇਸ਼ਨ ਨਹੀਂ ਹੈਗੀ। ਔਰ ਮੈਨੂੰ ਜਿੱਥੇ ਤੱਕ ਲੱਗਦਾ ਆ ਤੁਸੀਂ ਆਮ ਦੇਖੋ ਕਿ ਜਿਹੜੇ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ EMPLOYEE ਆ, ਰੈਸਟੋਰੈਂਟਾਂ ਜਿਹੜੇ ਆਪਣੇ ਡਰਾਈਵ ਥਰੂ ਕੰਮ ਕਰਨ ਵਾਲੇ EMPLOYEE ਆ, ਉਹਨਾਂ ਦੀ ਸਾਰਿਆਂ ਦੀ, ਈਵਨ ਕਿ ਹੌਸਪੀਟਲਸ ਦੇ ਜਿਹੜੇ ਰਿਸੈਪਸ਼ਨ ਦੇ ਉੱਤੇ ਕੰਮ ਕਰਨ ਵਾਲੇ EMPLOYEE ਆ, ਉਹਨਾਂ ਸਾਰਿਆਂ ਦੀ ਬੋਲਬਾਣੀ ਦੇ ਵਿੱਚ ਜਿਹੜੀ ਆ ਦੇਖੋ ਕਿੰਨਾ ਐਟੀਟਿਊਡ ਆ ਗਿਆ ਆ। ਉਹ ਕੰਮ ਹੀ ਨਹੀਂ ਜੌਲ ਸਾਹਿਬ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਆ ਵੀ ਭਾਈ ਆਪਾਂ ਕਿਉਂ ਆਪਾਂ ਵਿਹਲੇ ਰਹਿੰਦੇ ਆ, ਸਵੇਰ ਨੂੰ ਆਈਦਾ ਆ, ਮੂੰਹ ਦੇ ਉੱਤੇ ਮਾਸਕ ਲਾਇਆ, ਸਪਰੇਅ ਜੇ ਹੱਥ 'ਚ ਫੜੀਓ ਆ, ਛੀ ਕਰਕੇ ਇੱਧਰ ਨੂੰ, ਛੀ ਕਰਕੇ ਇੱਧਰ ਨੂੰ ਆ, ਲੋਕਾਂ ਨੂੰ ਆਪਣੇ ਤੋਂ ਦੂਰ ਰੱਖਦੇ ਆ, ਨੇੜੇ ਕਿਸੇ ਦੇ ਆਪਾਂ ਆਉਂਦੇ ਨਹੀਂ ਆ, ਘੁੰਮ ਫਿਰ ਕੇ ਆਪਾਂ ਨੂੰ ਪੈਸੇ ਜਿਹੜੇ ਆ ਜੀ ਉਹ ਮਿਲਦੇ ਆ। ਜਿਹਦਾ $2000 ਤੋਂ ਥੱਲੇ ਪੇ ਚੈੱਕ ਸੀਗਾ ਉਹ ਚਲ ਗਿਆ ਕੈਨੇਡੀਅਨ ਐਮਰਜੈਂਸੀ ਬੈਨੀਫਿਟ ਦੇ ਉੱਤੇ, ਜਿਹਦਾ 2000 ਤੋਂ ਉੱਤੇ ਆ ਤੇ ਉਹ ਆਰਾਮ ਨਾਲ ਆਪਣਾ ਤੁਰ ਫਿਰ ਕੇ ਆ ਕੇ ਜਿਹੜਾ ਆ ਉਹ ਕੰਮ ਕਰਦੇ ਆ। ਮੈਨੂੰ ਇਹ ਨਹੀਂ ਸਮਝ ਲੱਗਦੀ, ਦੇਖੋ ਜੇ ਤੁਹਾਨੂੰ ਫਲੂ ਹੋਇਆ, ਜੇ ਤੁਹਾਨੂੰ ਉਹਦੀ ਦਵਾਈ ਨਹੀਂ ਦਿੱਤੀ ਜਾਊਗੀ, ਉਹ ਫਲੂ ਵਿਗੜਦਾ ਨਮੋਨੀਆ ਬਣੂਗਾ, ਕੋਈ ਹੋਰ ਬਿਮਾਰੀ ਬਣੂਗੀ, ਇਨਸਾਨ ਦੀ ਡੈਥ ਜਿਹੜੀ ਹੋਣੀ ਲਾਜ਼ਮੀ ਆ। ਜਦੋਂ ਕਰੋਨਾ ਦਾ ਨਾਂ ਲੈ ਕੇ, ਕਰੋਨਾ ਪਤਾ ਨਹੀਂ ਇੱਕ ਇਹੋ ਜਿਹਾ ਭੂਤ ਬਣਾਤਾ, ਇਹਨੂੰ ਕਹਿੰਦੇ ਕਰੋਨਾ ਲਿਆ ਹਸਪੀਟਲ ਦੇ ਵਿੱਚ ਛੱਡ ਦਿੱਤਾ, ਉਸ ਕਮਰੇ ਦੇ ਵਿੱਚ ਡਰਦਾ ਨਹੀਂ ਕੋਈ ਜਾ ਰਿਹਾ, ਉਹਨੂੰ ਕੋਈ ਟ੍ਰੀਟਮੈਂਟ ਨਹੀਂ ਦੇ ਰਿਹਾ, ਉਹਨੂੰ ਕੋਈ ਨਰਸ ਹੱਥ ਨਹੀਂ ਲਾ ਰਹੀ, ਉਹਨੂੰ ਕੋਈ ਡਾਕਟਰ ਹੱਥ ਨਹੀਂ ਲਾ ਰਿਹਾ। ਇੱਕ ਪਲਾਸਟਿਕ ਦਾ ਇੱਕ ਬੈੱਡ ਆ, ਪਲਾਸਟਿਕ ਦਾ ਉੱਤੇ ਲਿਫਾਫਾ ਲੱਗਾ ਆ, ਉਹਦੇ ਵਿੱਚ ਉਹਨੂੰ ਰੱਖ ਦਿੰਦੇ ਆ, ਉਹਦੇ 'ਚ ਆਰਟੀਫਿਸ਼ਲ ਤੁਹਾਨੂੰ ਸਾਹ ਦਿੱਤਾ ਜਾਂਦਾ ਆ। ਜੇ ਬਚ ਗਿਆ ਤਾਂ ਭਾਈ ਬਚ ਗਿਆ, ਜੇ ਮਰ ਗਿਆ ਤਾਂ ਮਰ ਗਿਆ। ਜਿਹੜਾ ਉਹਦੇ ਵਿੱਚੋਂ ਹਾਂਜੀ ਮੰਗਾ ਭਾਜੀ ਜਿਹਨੇ ਨਹੀਂ ਮਰਨਾ ਨਾ ਉਹ ਡਰਦਾ ਮਰ ਜਾਂਦਾ ਹੈ। ਅਸੀਂ ਇੱਕ ਬੜਾ ਦੋਸਤੋ ਕਲੀਅਰ ਇੱਕ ਸ਼ਬਦ ਜਿਹੜਾ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਂਝ ਪਾਈ ਸੀ ਕਿ ਅਮਰੀਕਾ ਦੇ ਵਿੱਚ ਸਾਡੇ ਇੱਕ ਬੜੇ ਸਾਡੇ ਵਧੀਆ ਫਰੈਂਡ ਨੇ, ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਸਾਡਾ ਕੋਈ ਵੀ, ਸਾਡੀ ਮਾਤਾ, ਸਾਡੇ ਬਜ਼ੁਰਗ, ਉਹਨਾਂ ਨੂੰ ਹਸਪੀਟਲ ਲੈ ਕੇ ਨਾ ਆਇਓ। ਕਿ ਮੈਂ ਹੱਥ ਜੋੜਦੀ ਹਾਂ, ਇਹ ਪ੍ਰੋਗਰਾਮ ਤੇ ਸਾਡੇ ਉਹ ਸਪਸ਼ਟ ਬੋਲ ਕੇ ਗਏ ਸੀ ਕਿ ਇੱਕ ਹਸਪੀਟਲ 'ਚ ਬੜੀ ਦੇਰ ਤੋਂ ਉਹ ਕੰਮ ਕਰ ਰਹੇ ਸੀਗੇ। ਉਹ ਤਾਂ ਬੋਲ ਕੇ ਗਏ ਸੀ ਕਿ ਹਸਪੀਟਲਾਂ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਸੀ। ਮਤਲਬ ਭਾਜੀ ਕਹਿੰਦੇ ਸੀ ਕਿ ਜੇ ਕੋਈ ਆ ਗਿਆ ਨਾ ਤੇ ਘਰਦਿਆਂ ਨੂੰ ਆਖਰੀ ਜਿਹੜੀ ਸਤਿ ਸ਼੍ਰੀ ਅਕਾਲ ਬੁਲਾ ਕੇ ਆਇਓ, ਕਿਉਂਕਿ ਬੋਡੀ ਤੱਕ ਨਸੀਬ ਨਹੀਂ ਹੋਣੀ ਘਰਦਿਆਂ ਨੂੰ। ਬਿਲਕੁਲ, ਕਿਉਂਕਿ ਤੁਹਾਨੂੰ ਦੇਖੋ ਜਦੋਂ ਤੁਸੀਂ ਆ ਗਏ ਆ, ਤੁਹਾਨੂੰ ਕੋਈ ਵੀ ਬੰਦਾ ਜਿਹੜਾ ਆ ਉਹ ਮੁੜ ਕੇ ਮਿਲਣ ਨਹੀਂ ਦਿੱਤਾ ਜਾਂਦਾ ਤੁਹਾਨੂੰ। ਹਾਂਜੀ, ਤੁਹਾਡੇ ਨਾਲ ਪਰਿਵਾਰ ਮਿਲ ਨਹੀਂ ਸਕਦਾ। ਤੁਹਾਡੀ ਡੈੱਡ ਬੋਡੀ ਕਿੱਥੇ ਜਾਣੀ ਕਿਸੇ ਨੂੰ, ਸਹੀ ਗੱਲ ਹੈ, ਉਹਨਾਂ ਨੇ ਬਿਲਕੁਲ ਗੱਲ ਜੌਲ ਸਾਹਿਬ ਕਹੀ ਸੀ ਕਿ ਵਾਕਿਆ ਹੀ ਹੱਥ ਮਿਲਾ ਕੇ ਹੀ ਆਇਓ। ਤੁਸੀਂ ਇਹ ਦੇਖੋ ਲੋਕ ਮੂੰਹ ਬੰਨੀ ਫਿਰਦੇ ਆ, ਮੈਨੂੰ ਇਹ ਨਹੀਂ ਸਮਝਿਆ ਜਿਆਦਾ ਇਹ ਹਵਾ ਦੇ ਵਿੱਚ ਹੀ ਨਹੀਂ ਹੈਗਾ, ਹਵਾ ਤੋਂ ਵਿੱਚ ਨਹੀਂ ਹੁੰਦਾ। ਕੀ ਤੁਸੀਂ ਮੂੰਹ ਬੰਨ ਕੇ ਜਿਹੜਾ ਆ ਜੀ ਘੁੰਮੀ ਜਾਂਦੇ ਆ, ਕਰੀ ਜਾਂਦੇ ਆ। ਇੱਕ ਡਰ ਇੰਨਾ ਪਾਤਾ ਆ, ਬਿਨਾਂ ਬੇਲੋੜਾ ਡਰ ਜਿਹੜਾ ਪਾਤਾ। ਐਨੀਵੇ ਸਾਡਾ ਟਾਈਮ ਜਿਹੜਾ ਹੈ ਜੀ ਇੱਥੇ ਸਾਨੂੰ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਅਗਲਾ ਪ੍ਰੋਗਰਾਮ ਲੈ ਕੇ ਰਮਨ ਹੋਣੀ ਵੀ ਤਿਆਰ ਨੇ। ਸੋ ਜੌਲ ਸਾਹਿਬ ਤੁਸੀਂ ਕੁਛ ਨਾ ਕੁਛ ਜਿਹੜੀਆਂ ਲਾਈਨਾਂ ਆ ਉਹ ਲਿਖੀਆਂ ਹੁੰਦੀਆਂ ਮੰਗਾ ਭਾਜੀ। ਬਿਲਕੁਲ ਜੀ, ਜਾਣ ਤੋਂ ਪਹਿਲਾਂ ਮੈਂ ਹਮੇਸ਼ਾ ਇੱਕ ਦੋ ਲਾਈਨਾਂ ਦੋਸਤੋ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਜਿਹੜੀ ਉਹਨਾਂ ਦੀ ਸਾਂਝ ਪਾਉਂਦਾ ਹੁੰਦਾ ਆ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਵਿੱਚ ਰਾਜਵੀਰ ਬੋਪਰ ਆਏ, ਉਹਨਾਂ ਨੂੰ ਤੁਸੀਂ ਹੁਣ ਵੇਖਿਆ ਕਰੋਗੇ। ਇੰਡੀਆ ਤੋਂ ਆ ਕੇ ਜਿਹੜਾ ਜੀ ਉਹਨਾਂ ਦਾ 14 ਦਿਨ ਦਾ ਜਿੱਦਾਂ ਮੈਂ ਕਹਿੰਦਾ ਉਹ ਪੂਰਾ ਹੋ ਚੁੱਕਾ ਆ। ਤੇ ਨੈਕਸਟ ਪ੍ਰੋਗਰਾਮ ਜਿਹੜਾ ਜੀ ਰਮਨ ਹੁਣੀ ਲੈ ਕੇ ਆ ਰਿਹਾ, ਔਰ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਆ ਦੇਖਣਾ ਨਾ ਭੁੱਲਣਾ। ਬਾਤਾਂ, ਗੀਤ, ਸੰਗੀਤ ਸਾਰਾ ਕੁਝ ਤੁਹਾਡੇ ਲਈ ਕਰਾਂਗੇ ਹਮੇਸ਼ਾ ਦੀ ਤਰ੍ਹਾਂ। ਜਿਸ ਤਰ੍ਹਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਖਾਣਾ ਤੁਹਾਨੂੰ 3 ਰੈਸਟੋਰੈਂਟਾਂ ਵੱਲੋਂ ਪਰੋਸਾਂਗੇ। ਸਵੀਟ ਮਹਿਲ, ਨੈਸ਼ਨਲ ਸਵੀਟ ਐਂਡ ਰੈਸਟੋਰੈਂਟ, ਤੇ ਸਾਡਾ ਘਰ ਦਾ ਆਪਣਾ ਰੈਸਟੋਰੈਂਟ ਕਲੇਓਨ, ਉੱਥੋਂ ਵੀ ਜਿਹੜਾ ਜਵੀਨੀ ਪੈਕ ਤੋਂ ਤੁਹਾਡੇ ਲਈ ਖਾਣਾ ਅਸੀਂ ਪਰੋਸਾਂਗੇ। ਔਰ ਤੁਸੀਂ ਬਿਲਕੁਲ ਰੈਡੀ ਰਹੋ ਕੱਲ੍ਹ ਨੂੰ। ਬਾਤਾਂ ਤੁਹਾਡੇ ਲਈ ਐਨ ਖੁੱਲ੍ਹੀਆਂ ਤੇ ਲਾਈਨਾਂ ਵੀ ਤੁਹਾਡੇ ਲਈ ਖੁੱਲ੍ਹੀਆਂ ਹੋਣਗੀਆਂ। ਕਰਮਾਂ ਨਾਲ ਬਣਦਾ ਹੈ ਕਿਸੇ ਦੇ ਦਿਲ ਵਿੱਚ ਘਰ, ਕਰਮਾਂ ਨਾਲ ਬਣਦਾ ਆ ਕਿਸੇ ਦੇ ਦਿਲ ਵਿੱਚ ਘਰ, ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ। ਇਹਨਾਂ ਚੰਦ ਸਤਰਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਸਾਨੂੰ ਖਤਮ ਕਰਨ ਦੀ ਆਗਿਆ ਦਿਓ ਦੋਨੋਂ ਵੀਰਾਂ ਨੂੰ। ਤੇ ਨੈਕਸਟ ਪ੍ਰੋਗਰਾਮ ਇਸੇ ਤਰ੍ਹਾਂ ਜੁੜੇ ਰਹੋ। ਕੀਪ ਵਾਚਿੰਗ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।